हाँ जी राजे BSc 1 ਅਤੇ BSc 1 नॉन मैडिकल एंड BA 1 मैथमैटिक्स के स्टूडेंट्स अपना टॉपिक चल रहा ਸੀਗਾ ਸਕਸੈਸਿਵ ਡਿਫਰੈਂਸ਼ੀਏਸ਼ਨ ਦਾ, ਜਿਹਦੇ ਵਿੱਚ ਆਪਾਂ ਨੇ ਸਕਸੈਸਿਵ ਡਿਫਰੈਂਸ਼ੀਏਸ਼ਨ ਦੀ ਫਸਟ ਐਕਸਰਸਾਈਜ਼ ਕੰਪਲੀਟ ਕਰ ਲਈ ਸੀ। ਤੁਹਾਡੀਆਂ ਕੁਐਰੀਜ਼ ਹੋ ਗਈਆਂ ਸੀ। ਉਸ ਤੋਂ ਬਾਅਦ ਸੈਕੰਡ ਐਕਸਰਸਾਈਜ਼ ਲੈਬਨਿਜ਼ ਥਿਊਰਮ, ਥਰਡ ਐਕਸਰਸਾਈਜ਼ ਹੈ ਵੈਸੇ ਲੈਬਨਿਜ਼ ਥਿਊਰਮ ਦਾ ਕੰਮ ਸਟਾਰਟ ਕਰਿਆ ਸੀ, ਜਿਹਦੇ ਵਿੱਚ ਫਸਟ ਪਾਰਟ ਦੇ ਕੁਐਸਚਨਸ ਕਰੇ ਸੀਗੇ nth ਡੈਰੀਵੇਟਿਵ ਫਾਈਂਡ ਆਊਟ ਕਰਨ ਦੇ ਲਈ। ਅੱਜ ਆਪਾਂ ਉਸੇ ਲੈਕਚਰ ਨੂੰ ਕੰਟੀਨਿਊ ਕਰ ਰਹੇ ਹਾਂ। ਮੈਂ ਇੱਕ ਵਾਰੀ ਰਿਵਾਈਜ਼ ਕਰਵਾ ਦੇਣਾ ਚਾਹੁੰਦਾ ਕਿ ਲੈਬਨਿਜ਼ ਥਿਊਰਮ ਦੇ ਵਿੱਚ ਬੇਸਿਕਲੀ ਆਪਾਂ ਪ੍ਰੋਡਕਟ ਆਫ ਟੂ ਫੰਕਸ਼ਨਸ, ਦੋ ਫੰਕਸ਼ਨ ਦੀ ਪ੍ਰੋਡਕਟ ਹੈ, ਉਹਦਾ nth ਡੈਰੀਵੇਟਿਵ ਪਤਾ ਕਰਦੇ ਹਾਂ। ਇਹਦਾ ਮੀਨਿੰਗ ਕੀ ਆ? nth ਡੈਰੀਵੇਟਿਵ, ਜਿਹਦੇ ਵਿੱਚ ਕੀ ਆ ਜਾਂਦਾ, ਕੰਬੀਨੇਸ਼ਨ ਸਟਾਰਟ ਹੋ ਜਾਂਦੇ ਆ NC0 NC1 NC2 ਅਪ ਟੂ NCn। ਅਪਰ ਇੰਡੈਕਸ ਤੇ ਉਹ ਨੰਬਰ ਆਏਗਾ ਜਿਹਨਾਂ ਦਾ ਡੈਰੀਵੇਟਿਵ ਆਪਾਂ ਫਾਈਂਡ ਕਰਨਾ ਚਾਹੁੰਦੇ ਹਾਂ। ਲੋਅਰ ਇੰਡੈਕਸ 0 ਤੋਂ ਸ਼ੁਰੂ ਹੋ ਕੇ 0 1 2 3 4 ਅਪ ਟੂ 1 ਜੋ ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਹਾਈਐਸਟ ਇੰਡੈਕਸ ਨਾਲ ਮੈਚ ਨਹੀਂ ਹੋ ਜਾਂਦਾ। ਇਹਦੇ ਨਾਲ ਦੋ ਫੰਕਸ਼ਨਸ ਪ੍ਰੋਡਕਟ ਦੇ ਵਿੱਚ ਹੋਣਗੇ। ਪਹਿਲਾਂ ਤਾਂ u ਫੰਕਸ਼ਨ ਦਾ nth ਡੈਰੀਵੇਟਿਵ, ਇੱਕ ਫੰਕਸ਼ਨ ਨੂੰ ਆਪਾਂ ਨੇ u ਕੰਸੀਡਰ ਕਰ ਲੈਣਾ, ਕਿਸੇ ਨੂੰ ਵੀ ਪ੍ਰੋਡਕਟ ਦੇ ਵਿੱਚੋਂ ਇੱਕ ਫੰਕਸ਼ਨ ਨੂੰ v ਕੰਸੀਡਰ ਕਰ ਲੈਣਾ। ਦੋਨਾਂ ਦੇ ਟਰਨ ਬਾਈ ਟਰਨ ਸੈਪਰੇਟਲੀ ਅਲੱਗ-ਅਲੱਗ nth ਆਰਡਰ ਤੱਕ ਦੇ ਡੈਰੀਵੇਟਿਵ ਪਤਾ ਕਰਕੇ ਰੱਖ ਲੈਣੇ ਆ। ਇਹ ਸਾਰਾ ਕੰਮ ਆਪਣਾ ਪ੍ਰੀਵੀਅਸ ਕਲਾਸ ਦੇ ਵਿੱਚ ਡਿਸਕਸ ਕੀਤਾ ਹੋਇਆ ਸੀ। ਜਿਹੜੇ ਸਟੂਡੈਂਟ ਨਵੇਂ ਨੇ ਜਾਂ ਜਿਨ੍ਹਾਂ ਨੇ ਪ੍ਰੀਵੀਅਸ ਕਲਾਸ ਨਹੀਂ ਲਗਾਈ, ਆਪਣੇ ਗਰੁੱਪ ਦੇ ਵਿੱਚ ਲਿੰਕ ਸ਼ੇਅਰ ਕੀਤਾ ਹੋਇਆ ਪ੍ਰੀਵੀਅਸ ਕਲਾਸ ਦਾ, ਠੀਕ ਹੈ, ਉੱਧਰੋਂ ਸਮਝ ਲਿਓ ਦੇਖ ਕੇ। ਆਪਣਾ ਆਪਾਂ ਥੋੜ੍ਹਾ ਬਹੁਤ ਰਿਵਾਈਜ਼ ਵੀ ਕਰਦੇ ਹਾਂ ਉਹਦੇ ਬਾਰੇ। ਸੋ ਸੈਪਰੇਟਲੀ ਦੋਨੋਂ ਫੰਕਸ਼ਨਸ ਦੇ nth ਡੈਰੀਵੇਟਿਵ, ਫਸਟ ਸੈਕਿੰਡ ਥਰਡ ਫੋਰ, 4 ਕੁ ਡੈਰੀਵੇਟਿਵ ਕਰਨ ਤੋਂ ਬਾਅਦ ਆਪਾਂ ਨੂੰ ਐਸਟੀਮੇਟ ਹੋ ਜਾਂਦਾ ਹੈ ਕਿ ਨੈਕਸਟ ਡੈਰੀਵੇਟਿਵ ਕਿੱਦਾਂ ਦਾ ਆਏਗਾ। nth ਆਰਡਰ ਤੱਕ ਦੇ ਡੈਰੀਵੇਟਿਵ ਫਾਈਂਡ ਕਰਕੇ ਰੱਖ ਲੈਣੇ ਆ, u ਦੇ ਵੀ ਐਂਡ v ਦੇ ਵੀ। ਉਸ ਤੋਂ ਬਾਅਦ ਇੱਥੇ ਕੀ ਆ ਜਾਣਾ, ਫਸਟ ਦੇ ਵਿੱਚ u ਦਾ nth ਡੈਰੀਵੇਟਿਵ, v ਦਾ 0th ਡੈਰੀਵੇਟਿਵ। 0th ਡੈਰੀਵੇਟਿਵ ਮੀਨਸ v ਸੇਮ ਰੱਖ ਲੈਣਾ ਪਲੱਸ NC1, ਫਿਰ u ਦਾ ਇੱਕ ਡੈਰੀਵੇਟਿਵ ਘਟਦਾ ਰਹੇਗਾ, u ਦਾ n-1th ਡੈਰੀਵੇਟਿਵ ਇਨਟੂ v ਦਾ ਪਹਿਲਾ ਡੈਰੀਵੇਟਿਵ। u ਦਾ ਫਸਟ ਟਾਈਮ nth ਡੈਰੀਵੇਟਿਵ ਆਏਗਾ, ਫਿਰ n-1, ਫਿਰ n-2 ਅਪ ਟੂ 1। u ਦੇ ਡੈਰੀਵੇਟਿਵ ਘਟਦੇ 0th ਆਰਡਰ ਤੱਕ ਪਹੁੰਚ ਜਾਣਗੇ। ਲਾਸਟ ਦੇ ਵਿੱਚ ਕੀ ਆਏਗਾ? u। ਇਸੇ ਤਰੀਕੇ ਨਾਲ v ਦੇ ਡੈਰੀਵੇਟਿਵ ਨੇ ਜਿਹੜੇ v ਤੋਂ ਸਟਾਰਟ ਹੋ ਕੇ v1 v2 v3 ਅਪ ਟੂ vn ਤੱਕ ਪਹੁੰਚੇਗਾ। ਇਹ ਸੀਗਾ ਲੈਬਨਿਜ਼ ਥਿਊਰਮ ਦਾ ਰਿਜ਼ਲਟ। ਲੈਬਨਿਜ਼ ਥਿਊਰਮ ਪੈਂਡਿੰਗ ਆਪਣੀ ਇੱਕ ਸਪੈਸ਼ਲ ਲੈਕਚਰ ਲਗਾ ਕੇ ਆਪਾਂ ਲੈਬਨਿਜ਼ ਥਿਊਰਮ ਦਾ ਪ੍ਰੂਫ ਕੰਪਲੀਟ ਕਰਾਂਗੇ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਇਹਦੇ ਕੁਐਸਚਨਸ ਦੀ। ਜਿਹੜੇ ਸਟੂਡੈਂਟਸ ਨਵੇਂ ਨੇ ਮੈਂ ਉਹਨਾਂ ਦੇ ਲਈ ਦੱਸ ਦੇਣਾ, ਕੋਈ ਕੁਐਸਚਨ ਐਗਜ਼ਾਮਪਲ ਪਿਕ ਕਰ ਲੈਂਦੇ ਆ, ਇੱਦਾਂ ਦੀ ਐਗਜ਼ਾਮਪਲ ਪਿਕ ਕਰ ਲੈਂਦੇ ਆ ਜਿਹੜੀ ਪਹਿਲਾਂ ਨਹੀਂ ਕੀਤੀ ਹੋਈ। ਜਾਂ ਫਸਟ ਐਗਜ਼ਾਮਪਲ ਦੇਖ ਲਓ, ਠੀਕ ਹੈ। ਇਹਦੇ ਵਿੱਚ ਕੀ ਹੈ, ਸਟਾਰਟਿੰਗ ਦੇ ਵਿੱਚ ਕਿ e ਰੇਜ਼ਡ ਪਾਵਰ x ਐਂਡ ਸਾਈਨ x ਦੋ ਫੰਕਸ਼ਨਸ ਨੇ। ਤੁਹਾਨੂੰ ਕੀ ਕਿਹਾ ਗਿਆ ਇਹਦਾ? nth ਡੈਰੀਵੇਟਿਵ ਫਾਈਂਡ ਆਊਟ ਕਰਨਾ। ਸੋ ਇੱਕ ਸਾਈਡ 'ਤੇ ਆਪਾਂ u ਨੂੰ ਕੰਸੀਡਰ ਕਰ ਲੈਂਦੇ ਹਾਂ, ਐਕਸਪੋਨੈਂਸ਼ੀਅਲ ਫੰਕਸ਼ਨ ਨੂੰ e ਰੇਜ਼ਡ ਪਾਵਰ x, ਉਹਦੇ ਸਾਰੇ ਡੈਰੀਵੇਟਿਵ ਪਤਾ ਕਰ ਲੈਂਦੇ। ਉਹਦਾ ਫਸਟ ਡੈਰੀਵੇਟਿਵ e ਰੇਜ਼ਡ ਪਾਵਰ x ਹੀ ਆ, ਸੈਕਿੰਡ ਥਰਡ ਸੇਮ ਹੀ ਚੱਲਦਾ ਜਾ ਰਿਹਾ, ਜਿਸ ਤੋਂ ਆਪਾਂ ਨੂੰ ਅੰਦਾਜ਼ਾ ਹੋ ਗਿਆ ਕਿ nth ਡੈਰੀਵੇਟਿਵ ਵੀ e ਰੇਜ਼ਡ ਪਾਵਰ x ਆਏਗਾ। ਇਹ ਤੋਂ ਪਿੱਛੇ ਵਾਲੇ ਡੈਰੀਵੇਟਿਵ ਵੀ ਕੱਢ ਲਓ, n-1th ਡੈਰੀਵੇਟਿਵ ਵੀ e ਰੇਜ਼ਡ ਪਾਵਰ x ਆ, n-2th ਡੈਰੀਵੇਟਿਵ ਵੀ e ਰੇਜ਼ਡ ਪਾਵਰ x ਹੀ ਹੈ। ਇਸੇ ਤਰੀਕੇ ਨਾਲ ਆਪਾਂ v ਦੇ ਡੈਰੀਵੇਟਿਵ ਪਤਾ ਕਰਨ ਜਾ ਰਹੇ ਹਾਂ। v ਕੀ ਸੀਗਾ? ਸੈਕਿੰਡ ਫੰਕਸ਼ਨ ਸਾਈਨ। ਤੁਸੀਂ u ਨੂੰ ਸਾਈਨ ਮੰਨ ਲਓ, v ਨੂੰ e ਰੇਜ਼ਡ ਪਾਵਰ x ਮੰਨ ਲਓ, ਕੋਈ ਇਸ਼ੂ ਨਹੀਂ, ਠੀਕ ਹੈ। ਸੈਕਿੰਡ ਹੁਣ v ਦੇ ਜਦੋਂ ਡੈਰੀਵੇਟਿਵਸ ਕਰਦੇ ਆ, v ਦਾ ਪਹਿਲਾ ਡੈਰੀਵੇਟਿਵ ਕਰਦੇ ਆ, ਇਹ ਕੀ ਆ ਗਿਆ? cos x। ਜ਼ਿਆਦਾਤਰ ਕੋਸ਼ਿਸ਼ ਕਰਿਓ ਕਿ ਇਹਨਾਂ ਦੇ ਜਿਹੜੇ ਡੈਰੀਵੇਟਿਵਸ ਨੇ ਇਹ ਸੇਮ ਜਿਹੀਆਂ ਟਰਮਸ ਦੇ ਵਿੱਚ ਆਉਣ। ਜਿਵੇਂ ਮੇਨ ਫੰਕਸ਼ਨ ਸਾਈਨ ਦਾ ਆ, ਆਪਾਂ ਕੋਸ਼ਿਸ਼ ਕਰਦੇ ਹਾਂ ਡੈਰੀਵੇਟਿਵ ਨੂੰ ਸਾਈਨ ਦੇ ਵਿੱਚ ਲਿਖਣ ਦੀ। ਸੋ ਆਪਣੇ ਕੋਲ ਫਾਰਮੂਲਾ ਸੀਗਾ cos θ = sin of θ plus 90। ਸੋ ਆਪਾਂ ਇਹਨੂੰ ਕੀ ਰਾਈਟ ਆਊਟ ਕਰ ਲਿਆ? cos x ਨੂੰ sin x plus 90। ਫਿਰ ਆਪਾਂ ਨੇ ਇਹਦਾ ਡੈਰੀਵੇਟਿਵ ਕੀਤਾ, v2 ਕਿੰਨਾ ਆ ਗਿਆ ਸੀਗਾ? cos of x plus 90। ਦੁਬਾਰਾ ਫਿਰ ਇਹਨੂੰ ਆਪਾਂ ਨੇ ਸਿਮੈਟਰੀ ਉਸੇ ਤਰੀਕੇ ਨਾਲ ਰਾਈਟ ਆਊਟ ਕੀਤਾ, ਇੱਕ ਵਾਰੀ 90 ਹੋਰ ਐਡ ਹੋ ਜਾਏਗਾ। ਤੁਸੀਂ ਇਹਨੂੰ 180 ਵੀ ਲਿਖ ਸਕਦੇ ਹੋ, ਬਟ ਕੋਸ਼ਿਸ਼ ਕਰੋ ਕਿ ਟਰਮਸ ਨੇ ਜਿਹੜੀਆਂ ਉਹ ਰੈਪੀਟਿਡ ਟਰਮਸ ਦੇ ਵਿੱਚ ਆਉਣ, ਰੈਪੀਟੀਸ਼ਨ ਦੇ ਵਿੱਚ ਹੋਣ। ਆਪਾਂ ਨੂੰ ਪਤਾ ਲੱਗਦਾ ਰਹੇ ਕਿ ਪੁਰਾਣੇ ਡੈਰੀਵੇਟਿਵ ਦੇ ਨਾਲੋਂ ਨਵੇਂ ਡੈਰੀਵੇਟਿਵ ਦੇ ਵਿੱਚ ਕਿੰਨਾ ਕੁ ਚੇਂਜਸ ਆਇਆ, ਠੀਕ ਹੈ।
ਸਾਰੇ ਫੰਕਸ਼ਨ ਸਾਈਨ ਦੇ ਵਿੱਚ ਆ ਰਹੇ ਨੇ, x ਸੇਮ ਆ ਰਿਹਾ, 90 90 ਵੱਧਦਾ ਜਾ ਰਿਹਾ। ਪਹਿਲੀ ਵਾਰੀ ਸਾਈਨ x ਹੈ, ਫਸਟ ਡੈਰੀਵੇਟਿਵ ਦੇ ਵਿੱਚ 90 ਇੱਕ ਵਾਰ ਆ ਗਿਆ, ਸੈਕੰਡ ਡੈਰੀਵੇਟਿਵ ਦੇ ਵਿੱਚ 90 ਦੋ ਵਾਰ ਆ ਗਿਆ, ਤੀਜਾ ਡੈਰੀਵੇਟਿਵ ਕਰਾਂਗੇ 90 ਤਿੰਨ ਵਾਰ ਆਊਗਾ, nth ਡੈਰੀਵੇਟਿਵ ਕਰਾਂਗੇ ਸਾਈਨ x ਪਲੱਸ n ਟਾਈਮਸ 90 ਆਏਗਾ। ਇੱਥੋਂ ਹੀ ਅੰਦਾਜ਼ਾ ਲਗਾ ਲਓ n-1th ਡੈਰੀਵੇਟਿਵ ਕੀ ਹੋਏਗਾ, ਸਾਈਨ ਆਫ x ਪਲੱਸ n-1 ਇੰਟੂ 90। ਸੋ ਇਸ ਤਰੀਕੇ ਨਾਲ ਡੈਰੀਵੇਟਿਵਸ ਫਾਈਂਡ ਆਊਟ ਕਰ ਲੈਣੇ ਆ ਸੈਪਰੇਟਲੀ ਦੋਨਾਂ ਫੰਕਸ਼ਨਸ ਦੇ, ਬਾਅਦ ਦੇ ਵਿੱਚ ਲੈਬਨਿਜ਼ ਥਿਊਰਮ ਦੇ ਰਿਜ਼ਲਟ ਦੇ ਵਿੱਚ ਫਿਲ ਕਰ ਦੇਣੇ ਆ। ਇਹ ਸੀਗਾ ਆਪਣਾ ਪ੍ਰੀਵੀਅਸ ਕਲਾਸ ਦਾ ਕੰਮ। ਸੋ ਲਾਸਟ ਤੇ ਕੰਬੀਨੇਸ਼ਨਸ ਸੋਲਵ ਕਰ ਲੈਣੇ ਆ ਤੁਸੀਂ, ਜਿਹੜੇ NC0 NC1 NC2 ਇਹਨਾਂ ਦੇ ਫਾਰਮੂਲੇ ਤੁਹਾਨੂੰ ਕਲੀਅਰ ਹੋ ਗਏ ਪ੍ਰੀਵੀਅਸ ਕਲਾਸ ਦੇ ਵਿੱਚੋਂ। NCR ਦਾ ਕੀ ਰੂਲ ਸੀ, n ਫੈਕਟੋਰੀਅਲ ਓਵਰ r ਫੈਕਟੋਰੀਅਲ ਇਨਟੂ n-r ਫੈਕਟੋਰੀਅਲ। ਸੋ ਇਹ ਅਪਲਾਈ ਕਰਦੇ ਰਹਿਣਾ ਆ। ਜਿੰਨਾ ਜਿਹੜੀਆਂ ਟਰਮਸ ਦੇ ਵਿੱਚੋਂ ਕੁਝ ਕਾਮਨ ਆਉਂਦਾ ਕਾਮਨ ਲਓ। ਇਹ ਤਾਂ ਸਿੰਪਲੀਫਿਕੇਸ਼ਨ ਹੈ, ਇਸ ਤੋਂ ਬਾਅਦ ਦੱਸਣ ਸਮਝਾਉਣ ਦੀ ਕੋਈ ਖਾਸ ਜ਼ਰੂਰਤ ਨਹੀਂ ਹੈਗੀ, ਬਿਕੋਜ਼ ਨੈਕਸਟ ਦਾ ਥਿਊਰਮ ਦੇ ਰਿਜ਼ਲਟ ਤੋਂ ਬਾਅਦ ਸਿੰਪਲੀਫਿਕੇਸ਼ਨ ਹੈ। ਸਿੰਪਲੀਫਿਕੇਸ਼ਨ ਦੇ ਵਿੱਚ ਕੋਈ ਹਾਰਡ ਐਂਡ ਫਿਕਸ ਰੂਲ ਨਹੀਂ ਹੁੰਦੇ, ਉਹ ਸਮ ਟੂ ਸਮ ਡਿਫਰ ਹੋ ਸਕਦਾ। ਕਿਸੇ ਦੇ ਵਿੱਚੋਂ ਐਕਸਪੋਨੈਂਸ਼ੀਅਲ ਫੰਕਸ਼ਨ ਕਾਮਨ ਆ ਗਿਆ, ਕਿਸੇ ਦੇ ਵਿੱਚੋਂ ਲੌਗ ਕਾਮਨ ਆ ਰਿਹਾ, ਕਿਸੇ ਦੇ ਵਿੱਚੋਂ ਫੈਕਟੋਰੀਅਲ ਕਾਮਨ ਆ ਰਿਹਾ। ਉਹ ਤਾਂ ਮੌਕੇ ਦੀ ਸਥਿਤੀ ਅਨੁਸਾਰ ਤੁਸੀਂ ਡਿਸਾਈਡ ਕਰਨਾ ਆ ਕਿ ਡੈਰੀਵੇਸ਼ਨ ਕਰਨ ਵੇਲੇ ਕਿਹੜੇ ਕਿਹੜੇ ਸਟੈਪ ਯੂਜ਼ ਕਰਨੇ। ਤੁਸੀਂ ਪੁਰਾਣੀ ਕਲਾਸ ਦੇ ਲਿੰਕ ਦੇ ਵਿੱਚੋਂ ਸਮਝ ਸਕਦੇ ਹੋ ਕਿ ਪ੍ਰੀਵੀਅਸ ਕਲਾਸ ਦੇ ਵਿੱਚ ਕੀ ਡਿਸਕਸ ਕੀਤਾ ਸੀ। ਕਿ ਮੰਨ ਲਓ ਜਿਸ ਤਰ੍ਹਾਂ ਇੱਥੇ ਤਿੰਨ ਫੰਕਸ਼ਨ ਆ ਗਏ, ਇੱਕ ਫੰਕਸ਼ਨ ਕੀ ਹੈ ਦਿਸ, ਇੱਕ ਕੀ ਹੈ ਐਕਸ ਸਕੁਅਰ। ਸੋ ਤੁਹਾਡੀ ਮਰਜ਼ੀ, ਆਪਾਂ ਨੇ ਇਹਨੂੰ u ਮੰਨ ਲਿਆ, ਇਸ ਫੰਕਸ਼ਨ ਨੂੰ ਕੀ ਕਹਤਾ v। ਸੋ ਸੈਪਰੇਟਲੀ u ਨੂੰ ਕੀ ਕਹਿ ਦੋ e⁻x into cos x। ਇਹਦਾ ਜੇ ਪਹਿਲਾ ਡੈਰੀਵੇਟਿਵ ਕਰਾਂਗੇ ਤਾਂ ਸੂਟੇਬਲ ਫਾਰਮੂਲਾ ਯੂਜ਼ ਕਰਾਂਗੇ। ਸੂਟੇਬਲ ਫਾਰਮੂਲੇ ਦੇ ਵਿੱਚ ਕੀ ਆ ਗਿਆ, ਇਹ ਫਸਟ ਫੰਕਸ਼ਨ ਹੈ, ਇਹ ਸੈਕਿੰਡ ਫੰਕਸ਼ਨ ਆ, e⁻x ਸੇਮ ਰੱਖ ਲਿਆ, ਇਹਦਾ ਡੈਰੀਵੇਟਿਵ ਕਰਾਂਗੇ e⁻x cos x ਸੇਮ ਆ ਗਿਆ। ਫਿਰ e⁻x ਦਾ ਸੇਮ ਹੀ ਸੀ, cos ਦਾ ਡੈਰੀਵੇਟਿਵ ਕੀ ਆ ਗਿਆ -sin x। ਇਹਦਾ ਦੂਜਾ ਡੈਰੀਵੇਟਿਵ ਜੇ ਕਰ ਲਈਏ, ਸੈਕਿੰਡ ਡੈਰੀਵੇਟਿਵ ਵਿੱਚ ਕੀ ਆ ਜਾਊਗਾ, ਇੱਥੇ ਵੀ ਪ੍ਰੋਡਕਟ ਨੂੰ ਲੱਗੇਗਾ, ਇਹਦੇ ਤੇ ਪ੍ਰੋਡਕਟ ਨੂੰ ਲੱਗੇਗਾ। ਇਹਦਾ ਕੀ ਆ ਜਾਏਗਾ e⁻x into cos x ਮਾਈਨਸ e⁻x into sin x। ਜਦੋਂ ਇਹਦਾ ਡੈਰੀਵੇਟਿਵ ਕਰਾਂਗੇ ਮਾਈਨਸ ਦੇ ਵਿੱਚ ਇਹਦਾ ਡੈਰੀਵੇਟਿਵ ਕੀ ਆ ਗਿਆ e⁻x into sin x। ਮਾਈਨਸ ਦੇ ਵਿੱਚ ਜਦੋਂ ਨੈਕਸਟ ਦਾ ਡੈਰੀਵੇਟਿਵ ਕਰਾਂਗੇ e⁻x ਦੇ ਨਾਲ sin ਦਾ ਡੈਰੀਵੇਟਿਵ ਕੀ ਆ ਗਿਆ cos x। ਬਾਈ ਚਾਂਸ ਇਹ ਕੈਂਸਲ ਹੋ ਗਿਆ, ਇਹ ਕਿੰਨਾ ਆ ਗਿਆ 2 ਟਾਈਮ ਆ ਗਿਆ ਮਾਈਨਸ e⁻x 2 ਟਾਈਮ ਕਿੰਨਾ ਆ ਗਿਆ sin x। ਇਸ ਤਰੀਕੇ ਨਾਲ ਇਹਦਾ ਡੈਰੀਵੇਟਿਵ ਕਰਦੇ ਰਹੋ ਤੇ v ਦੇ ਵੀ ਡੈਰੀਵੇਟਿਵ ਕਰਦੇ ਰਹਿਣਾ ਆ। ਬਾਅਦ ਦੇ ਵਿੱਚ ਲਾਸਟ ਤੇ ਲੈਬਨਿਜ਼ ਥਿਊਰਮ ਦੇ ਰਿਜ਼ਲਟ ਦੇ ਵਿੱਚ ਫਿਲ ਕਰ ਦਾਂਗੇ। ਇਹ ਤਾਂ ਪ੍ਰੀਵੀਅਸ ਕੁਐਸਚਨ ਵੀ ਸੀਗੇ ਆਪਣੇ। ਨੈਕਸਟ ਜਿਹੜਾ ਅੱਜ ਦਾ ਮੇਨ ਟੌਪਿਕ ਆਪਾਂ ਉਹਦੇ ਵੱਲ ਚੱਲਦੇ ਹਾਂ। ਇਹ ਕੁਐਸਚਨ ਬਹੁਤ ਇੰਪੋਰਟੈਂਟ, ਆਪਾਂ ਨੇ ਪ੍ਰੀਵੀਅਸ ਕਲਾਸ ਵਿੱਚ ਕਰ ਲਿਆ ਸੀ। ਹਾਂਜੀ, ਜਿਸ ਤਰ੍ਹਾਂ ਇਹ ਕੁਐਸਚਨ ਆ ਗਿਆ ਥਰਡ ਕੁਐਸਚਨ, ਇਹਦੇ ਵਿੱਚ ਕੀ ਦਿੱਤਾ ਹੋਇਆ ਦੇਖੋ, y ਕੋਈ ਸਟੇਟਮੈਂਟ ਗਿਵਨ ਹੈ, ਤੁਹਾਨੂੰ ਕੀ ਕਿਹਾ ਗਿਆ ਇੱਦਾਂ ਦਾ ਰਿਜ਼ਲਟ ਪ੍ਰੂਵ ਕਰਨਾ। ਇੱਕ ਛੋਟਾ ਜਿਹਾ ਟ੍ਰਿਕ, ਛੋਟੀ ਜਿਹੀ ਹਿੰਟ ਦੇ ਰਿਹਾ। ਪਹਿਲਾਂ ਤਾਂ ਓਰੀਜਨਲ ਸਟੇਟਮੈਂਟ ਕੀ ਆ y, ਜਿਹੜੀ ਲੈਬਨਿਜ਼ ਥਿਊਰਮ ਆ ਇਹ ਆਪਾਂ ਨੂੰ nth ਡੈਰੀਵੇਟਿਵ ਤੇ ਜੰਪ ਕਰਦੇ ਆ। nth ਡੈਰੀਵੇਟਿਵ ਜੇ ਕਿਸੇ ਸਟੇਟਮੈਂਟ ਹੋਵੇ ਤੁਹਾਡੇ ਕੋਲੇ, ਤੁਸੀਂ ਉਹਦਾ 10ਵਾਂ ਡੈਰੀਵੇਟਿਵ ਪਤਾ ਕਰਨਾ ਹੋਵੇ ਤਾਂ nth ਡੈਰੀਵੇਟਿਵ ਦੀ ਹੈਲਪ ਲੈ ਸਕਦੇ ਆਪਾਂ, 10th ਡੈਰੀਵੇਟਿਵ ਲੈਬਨਿਜ਼ ਥਿਊਰਮ ਦੇ ਰਿਜ਼ਲਟ ਦੀ। ਬਟ ਇਹਦੇ ਵਿੱਚ ਕੀ ਕਿਹਾ ਗਿਆ, n+2th ਡੈਰੀਵੇਟਿਵ ਕਿਹਾ ਗਿਆ। ਸੋ ਆਪਾਂ ਕੀ ਕੰਮ ਕਰਾਂਗੇ, ਪਹਿਲਾਂ ਤਾਂ ਅਪ ਟੂ 2 ਆਰਡਰ ਤੱਕ ਡੈਰੀਵੇਟਿਵ ਪਤਾ ਕਰ ਲਾਂਗੇ। ਜਿਹੜੀ ਵੀ ਮੇਨ ਸਟੇਟਮੈਂਟ ਆ ਉਹਦਾ ਪਹਿਲਾਂ ਤਾਂ ਸੈਕਿੰਡ ਆਰਡਰ ਤੱਕ ਦਾ ਡੈਰੀਵੇਟਿਵ ਪਤਾ ਕਰੋ, ਉਸ ਤੋਂ ਬਾਅਦ ਅਪਲਾਈ ਕਰ ਦਿਓ ਲੈਬਨਿਜ਼ ਥਿਊਰਮ। 2 ਤੱਕ ਦਾ ਡੈਰੀਵੇਟਿਵ ਆਪਾਂ ਨੇ ਮੈਨੂਅਲੀ ਸੋਲਵ ਕਰ ਲਿਆ, ਲੈਬਨਿਜ਼ ਥਿਊਰਮ ਨੇ nth ਡੈਰੀਵੇਟਿਵ ਤੱਕ ਜੰਪ ਕਰਾ ਕੇ ਪਹੁੰਚਾਤਾ, ਤਾਂ ਇਹਦਾ ਮਤਲਬ ਫਾਈਨਲੀ ਕਿੱਥੇ ਪਹੁੰਚ ਗਏ n+2th ਡੈਰੀਵੇਟਿਵ ਤੱਕ। ਜੇ ਇੱਥੇ ਆਪਣੇ ਕੋਲ n+1 ਹੁੰਦਾ ਤਾਂ ਪਹਿਲਾਂ ਆਪਾਂ ਮੇਨ ਸਟੇਟਮੈਂਟ ਦਾ ਇੱਕ ਵਾਰੀ ਡੈਰੀਵੇਟਿਵ ਕਰਦੇ, ਉਸ ਤੋਂ ਬਾਅਦ nth ਡੈਰੀਵੇਟਿਵ ਅਪਲਾਈ ਕਰ ਦਿੰਦੇ ਲੈਬਨਿਜ਼ ਥਿਊਰਮ ਦੇ ਨਾਲ। ਜੇ n+3 ਹੁੰਦਾ y ਦੇ ਇੰਡੈਕਸ ਦੇ ਵਿੱਚ ਤਾਂ ਪਹਿਲਾਂ 3 ਵਾਰੀ ਡੈਰੀਵੇਟਿਵ ਮੈਨੂਅਲੀ ਟਰਨ ਬਾਈ ਟਰਨ ਕਰਦੇ। ਇਹ ਕੰਮ ਆਪਾਂ ਨੂੰ ਪਹਿਲੀ ਐਕਸਰਸਾਈਜ਼ ਦੇ ਵਿੱਚ ਸਿਖਾਇਆ ਗਿਆ ਕਿ ਪਹਿਲਾਂ ਫਸਟ ਡੈਰੀਵੇਟਿਵ ਕਰਨਾ, ਫਿਰ ਸੈਕਿੰਡ ਡੈਰੀਵੇਟਿਵ ਕਰਨਾ, ਫਿਰ ਥਰਡ ਡੈਰੀਵੇਟਿਵ, ਫਿਰ ਫੋਰਥ ਅਪ ਟੂ ਸੋ ਜੋ ਵੀ ਹੈ। ਸੋ ਜਸਟ ਐਡਵਾਈਸ ਇਹੀ ਹੈ ਕਿ ਸਟੇਟਮੈਂਟ ਨੂੰ ਧਿਆਨ ਨਾਲ ਵਾਚ ਕਰੋ। ਜੇ y n+ ਸਮਥਿੰਗ ਕਿਹਾ ਜਾ ਰਿਹਾ ਤਾਂ ਜਿੰਨਾ n+ ਸਮਥਿੰਗ ਉੱਪਰ ਵਾਲਾ ਇੰਡੈਕਸ ਹੈ n ਤੋਂ, ਪਹਿਲਾਂ ਤਾਂ ਉਹਨੇ ਆਰਡਰ ਤੱਕ ਦਾ ਡੈਰੀਵੇਟਿਵ ਅਪਲਾਈ ਕਰ ਦਿਓ, ਬਾਅਦ ਦੇ ਵਿੱਚ ਤੁਸੀਂ nth ਡੈਰੀਵੇਟਿਵ ਲੈਬਨਿਜ਼ ਥਿਊਰਮ ਦਾ ਰਿਜ਼ਲਟ ਯੂਜ਼ ਕਰਨਾ। ਆਪਾਂ ਕਰਦੇ ਹਾਂ ਇਹ ਕੁਐਸਚਨ ਹੁਣ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਹੀ ਆ ਕਿ ਪਹਿਲਾਂ 2 ਆਰਡਰ ਤੱਕ ਦਾ ਡੈਰੀਵੇਟਿਵ ਪਤਾ ਕਰਨਾ। ਸੋ ਫਸਟਲੀ ਆਪਾਂ ਕੀ ਕੰਮ ਕਰਦੇ ਹਾਂ, y ਗਿਵਨ ਸਟੇਟਮੈਂਟ ਹੈ, ਠੀਕ ਹੈ, ਇਹਦਾ ਗਿਵਨ ਹੀ ਦਿੱਤਾ ਹੋਇਆ ਸੀ।
ਉਸ ਤੋਂ ਬਾਅਦ ਉਹਦਾ ਪਹਿਲਾ ਡੈਰੀਵੇਟਿਵ ਕਰੀਏ, ਇਹ ਕੌਨਸਟੈਂਟ ਆ ਸੇਮ ਰਹਿ ਗਿਆ, cos ਦਾ ਕੀ ਆ ਗਿਆ ਮਾਈਨਸ ਸਾਈਨ ਆਫ ਡੋਮੇਨ ਸੇਮ। ਬਾਅਦ ਦੇ ਵਿੱਚ ਇਕੱਲੀ ਡੋਮੇਨ ਦਾ ਡੈਰੀਵੇਟਿਵ ਕੀਤਾ log x ਦਾ 1/x। ਫਿਰ ਸੈਕੰਡ ਸਟੇਟਮੈਂਟ ਦਾ b sin log x ਹੈ, ਸੋ ਇਹਦਾ ਕੀ ਆ ਜਾਊਗਾ b cos log x, ਇਕੱਲੇ log x ਦਾ ਡੈਰੀਵੇਟਿਵ ਕਿੰਨਾ ਆ ਗਿਆ 1/x। ਸੋ ਇਹ ਫਸਟ ਆ ਗਿਆ, ਜਿਵੇਂ x ਡਿਨੋਮੀਨੇਟਰ 'ਚ ਆ ਰਿਹਾ, ਸੋ ਕੋਈ ਇਸ਼ੂ ਨਹੀਂ, ਆਪਾਂ ਕਾਮਨ ਲੈ ਕੇ ਲੈਫਟ ਸਾਈਡ ਤੇ ਲੈ ਕੇ ਲੈਫਟ ਇਹ ਸਟੇਟਮੈਂਟ ਬਣ ਗਈ। ਇਹਦਾ ਮੀਨਿੰਗ ਇਹ ਕੀ ਆ ਗਿਆ ਫਸਟ ਡੈਰੀਵੇਟਿਵ ਆ ਗਿਆ, ਬਟ ਆਪਾਂ ਨੇ ਸੈਕੰਡ ਡੈਰੀਵੇਟਿਵ ਤੱਕ ਪਤਾ ਕਰਨਾ। ਸੋ ਇੱਕ ਵਾਰੀ ਸਕਸੈਸਿਵ ਡਿਫਰੈਂਸ਼ੀਏਸ਼ਨ ਦੀ ਹੈਲਪ ਲਾ ਕੇ ਇੱਕ ਵਾਰੀ ਹੋਰ ਡੈਰੀਵੇਟਿਵ ਕਰ ਦਿੰਦੇ ਆ। ਸੋ ਨੈਕਸਟ ਕੀ ਆਏਗਾ, ਇਹਦਾ ਲੈਫਟ ਸਾਈਡ ਤੇ ਵੀ ਪ੍ਰੋਡਕਟ ਨੂੰ ਲੱਗੇਗਾ, ਇੱਥੇ ਵੀ ਫਸਟ ਅਤੇ ਸੈਕੰਡ ਫੰਕਸ਼ਨ x ਨੂੰ ਸੇਮ ਲਿਖ ਲੈਂਦੇ ਆ, y ਦਾ y1 ਦਾ ਡੈਰੀਵੇਟਿਵ ਕਰਾਂਗੇ, ਇੱਕ ਆਰਡਰ ਵੱਧ ਜਾਏਗਾ, y2 ਆ ਗਿਆ, ਇਹਦੀ ਜਗ੍ਹਾ ਤੇ ਕੀ ਆ ਗਿਆ y2। ਫਸਟ ਨੂੰ ਸੇਮ ਲਿਖਿਆ ਸੀ, ਇੱਥੇ ਸੈਕੰਡ ਨੂੰ ਸੇਮ ਲਿਖਦੇ ਆ, x ਦਾ ਡੈਰੀਵੇਟਿਵ ਕਰਾਂਗੇ 1। ਰਾਈਟ ਹੈਂਡ ਸਾਈਡ ਤੇ ਉਸੇ ਤਰੀਕੇ ਨਾਲ ਹੀ a cos a sin ਸੀਗਾ, ਇਹਦਾ ਕੀ ਆ ਗਿਆ ਮਾਈਨਸ ਦਾ a cos log ਸੇਮ ਕੱਲੇ log ਦਾ ਕਰਾਂਗੇ 1/x। ਇੱਥੇ ਕੀ ਆ ਸੀਗਾ b cos ਸੀਗਾ ਮਾਈਨਸ b sin log x, ਕੱਲੇ log ਦਾ ਕਰਾਂਗੇ 1/x। ਇੱਥੋਂ ਵੀ x ਕਾਮਨ ਲੈ ਕੇ ਲੈਫਟ ਸਾਈਡ ਤੇ ਮਲਟੀਪਲਾਈ ਕਰ ਦਿੰਦੇ, ਲੈਫਟ ਸਾਈਡ ਤੇ ਕੀ ਆ ਜਾਊਗਾ x² y2 ਐਂਡ x y1। ਸੋ ਫਾਈਨਲੀ ਇਹਨੂੰ ਲੈਫਟ ਸਾਈਡ ਤੇ ਲੈ ਆਉਂਦੇ ਆ, ਇਹ ਕੀ ਆ ਗਿਆ ਮੇਰੇ ਕੋਲ ਸੈਕੰਡ ਡੈਰੀਵੇਟਿਵ ਦੀ ਸਟੇਟਮੈਂਟ ਆ ਗਈ। ਹੁਣ ਆਪਾਂ ਲੈਵਰੇਜ ਥਿਊਰਮ ਦੀ ਹੈਲਪ ਲਵਾਂਗੇ, ਬਿਕੋਜ਼ ਆਪਾਂ ਨੇ ਕਿੱਥੇ ਪਹੁੰਚਣਾ ਆ yn+2 ਤੱਕ। ਇਹਦੇ ਲਈ ਹਰ ਇੱਕ ਪਾਰਟ ਦੇ ਵਿੱਚ ਲੈਵਰੇਜ ਥਿਊਰਮ ਲੱਗੇਗੀ, ਹਰ ਇੱਕ ਪਾਰਟ ਦੇ ਵਿੱਚ। ਜਿਵੇਂ ਇੱਥੇ ਸਟੇਟਮੈਂਟ ਮੇਰੇ ਕੋਲੇ 3 ਪਾਰਟਸ ਦੇ ਵਿੱਚ ਦਿਖਾਈ ਦੇ ਰਹੀ ਆ। ਪਹਿਲਾ ਪਾਰਟ ਕੀ ਆ x² y2, ਕਿਸੇ ਇੱਕ ਨੂੰ x ਮੰਨਣਾ u ਮੰਨਣਾ ਪਊਗਾ, ਦੂਸਰੇ ਨੂੰ b ਮੰਨਣਾ ਪਏਗਾ। ਇਹਦੇ ਵਿੱਚ ਕੀ ਹੈ x y1, ਕਿਸੇ ਇੱਕ ਨੂੰ u ਮੰਨਾਂਗੇ, ਦੂਸਰੇ ਨੂੰ ਲੈਟ ਕਰਾਂਗੇ y1। ਇਹਦੇ ਵਿੱਚ ਕੀ ਹੈ y ਹੈ, ਇਹਦੇ ਵਿੱਚ ਤਾਂ ਲੈਵਰੇਜ ਥਿਊਰਮ ਲਗਾਉਣ ਦੀ ਲੋੜ ਨਹੀਂ, ਸਿੱਧਾ ਸਿੱਧਾ ਤੁਹਾਡੇ ਕੋਲੇ y ਦਾ nth ਡੈਰੀਵੇਟਿਵ ਕੀ ਆ ਜਾਏਗਾ yn। ਠੀਕ ਹੈ, ਮੇਨਲੀ ਮੈਂ 3 ਪਾਰਟਸ ਦੇ ਵਿੱਚ ਸਟੇਟਮੈਂਟ ਨੂੰ ਲੈਟ ਕਰ ਲੈਣਾ। ਆ ਪਹਿਲਾ ਪਾਰਟ ਹੋ ਗਿਆ ਇੱਥੇ ਤੱਕ, ਆ ਸੈਕੰਡ ਪਾਰਟ ਹੋ ਗਿਆ ਜੀ, ਆ ਥਰਡ ਪਾਰਟ। ਇਹਦੇ ਵਿੱਚ ਵੀ ਇੱਕ ਸਿੰਪਲ ਜਿਹੀ ਟ੍ਰਿਕ ਹੈ, ਜਿਸ ਤਰ੍ਹਾਂ ਨਾਲ ਆਪਣੇ ਕੋਲ ਲੈਵਰੇਜ ਥਿਊਰਮ ਦਾ ਰਿਜ਼ਲਟ ਸੀ। ਪਹਿਲਾਂ ਤਾਂ ਅਲੱਗ ਤੋਂ ਲੈਵਰੇਜ ਥਿਊਰਮ ਦਾ ਰਿਜ਼ਲਟ ਲਿਖ ਲੈਂਦੇ ਆ ਕਿ u × v ਦਾ ਜੇ nth ਡੈਰੀਵੇਟਿਵ ਕਰਦੇ ਆ nc0, u ਦਾ nth ਡੈਰੀਵੇਟਿਵ v ਸੇਮ, nc1 u ਦਾ n-1th ਡੈਰੀਵੇਟਿਵ v ਦਾ ਪਹਿਲਾ ਡੈਰੀਵੇਟਿਵ, nc2 u ਦਾ n-2th ਡੈਰੀਵੇਟਿਵ v ਦਾ ਦੂਜਾ ਡੈਰੀਵੇਟਿਵ। ਆਪਕੋ ਸੁਣ ਅਖੀਰ ਤੇ ਕੀ ਆਵਾ ncn u ਦਾ 0th ਡੈਰੀਵੇਟਿਵ ਅਤੇ v ਦਾ nth ਡੈਰੀਵੇਟਿਵ। u ਦੇ nth ਡੈਰੀਵੇਟਿਵ ਤੋਂ ਇੱਕ ਇੱਕ ਟਰਨ ਬਾਈ ਟਰਨ ਡੈਰੀਵੇਟਿਵ ਘਟਦੇ ਘਟਦੇ u 0 ਤੱਕ ਆ ਗਏ, v 0 ਤੋਂ 0th ਡੈਰੀਵੇਟਿਵ ਤੋਂ ਵੱਧਦੇ ਵੱਧਦੇ v ਦੇ nth ਡੈਰੀਵੇਟਿਵ ਤੱਕ ਆ ਗਏ। ਹੁਣ ਇੱਥੇ ਇੱਕ ਛੋਟੀ ਜਿਹੀ ਟ੍ਰਿਕ ਹੈ, ਥੋੜੀ ਜਿਹੀ ਆਪਾਂ ਸ਼ਾਰਟਕਟ ਯੂਜ਼ ਕਰਾਂਗੇ ਕਿ ਆਪਾਂ ਪ੍ਰੋਡਕਟ ਦੇ ਵਿੱਚੋਂ ਪਹਿਲਾਂ ਤਾਂ ਆਪਾਂ ਇਹ ਗੱਲ ਬੋਲ ਕੇ ਆਏ ਆ ਪ੍ਰੀਵੀਅਸ ਕਲਾਸ ਦੇ ਵਿੱਚ ਵੀ, ਅੱਜ ਵੀ ਰਿਪੀਟ ਕੀਤਾ ਕਿ ਜਦੋਂ ਲੈਵਰੇਜ ਥਿਊਰਮ ਲਗਾਉਣੀ ਆ ਦੋ ਫੰਕਸ਼ਨ ਦੀ ਪ੍ਰੋਡਕਟ ਦੇ ਵਿੱਚ, ਕਿਸੇ ਇੱਕ ਨੂੰ u ਮੰਨ ਲਓ, ਦੂਸਰੇ ਨੂੰ v ਮੰਨ ਲਓ, ਕਿਸੇ ਨੂੰ ਵੀ। ਬਟ ਇੱਥੇ ਆਪਾਂ ਕਹਾਂਗੇ ਕਿ ਆਪਾਂ v ਫੰਕਸ਼ਨ ਉਸ ਫੰਕਸ਼ਨ ਨੂੰ ਮੰਨਾਂਗੇ ਜਿਹਦਾ ਡੈਰੀਵੇਟਿਵ ਦੂਸਰੇ ਨਾਲੋਂ ਜਲਦੀ ਵੈਨਿਸ਼ ਹੋ ਰਿਹਾ, ਖਤਮ ਹੋ ਰਿਹਾ। ਜਿਵੇਂ ਹੁਣ ਇਹ ਸੀ, ਇਹਦੇ ਵਿੱਚ x² ਆ, ਮੈਂ x² ਨੂੰ v ਮੰਨ ਲਾਂਗਾ ਬਿਕੋਜ਼ ਪਹਿਲੇ ਪਾਰਟ ਦੇ ਵਿੱਚ ਕੀ ਆ ਜਾਊਗਾ x², ਦੂਸਰੇ ਪਾਰਟ ਦਾ ਇੱਕ ਵਾਰੀ ਡੈਰੀਵੇਟਿਵ ਕੀ ਆ ਜਾਏਗਾ 2x, ਨੈਕਸਟ ਪਾਰਟ ਦੇ ਵਿੱਚ ਕੀ ਆ ਜਾਏਗਾ 2x ਦਾ 2, ਉਹ ਤੋਂ ਬਾਅਦ 0 0 0 ਹੀ ਆ ਜਾਊਗਾ। ਮੇਰੀ ਆ ਪੂਰੀ ਸਟੇਟਮੈਂਟ ਪਹਿਲੇ 3 ਸਟੈਪ ਤੱਕ ਹੀ ਸ਼ਾਰਟ ਹੋ ਗਈ। ਸਮਝ ਲੱਗ ਰਿਹਾ? ਜਿਵੇਂ ਮੈਂ ਇਹਨੂੰ ਅਲੱਗ ਤੋਂ ਦੱਸ ਦਿੰਦਾ, ਇਹਨੂੰ ਸਮਝ ਧਿਆਨ ਨਾਲ ਪਹਿਲਾਂ ਜਿਹੜਾ ਸੀ x² ਅਤੇ y2 ਦਾ nth ਡੈਰੀਵੇਟਿਵ, ਇਹਦੇ ਵਿੱਚ ਮੈਂ u ਮੰਨ ਲਿਆ, y2 ਨੂੰ v ਮੰਨ ਲਿਆ ਇਹਨੂੰ। ਜਦੋਂ ਆਪਾਂ ਇੱਥੇ ਲਿਖਾਂਗੇ nc0, y2 ਦਾ nth ਡੈਰੀਵੇਟਿਵ ਨਾਲ ਕੀ ਆ ਜਾਏਗਾ x², ਫਿਰ ਕੀ ਆ ਜਾਏਗਾ nc1, y2 ਦਾ n-1th ਡੈਰੀਵੇਟਿਵ, x² ਦਾ ਪਹਿਲਾ ਡੈਰੀਵੇਟਿਵ, ਫਿਰ ਕੀ ਆ ਜਾਏਗਾ nc2, y2 ਦਾ n-2th ਡੈਰੀਵੇਟਿਵ, ਨਾਲ ਕੀ ਆ ਜਾਏਗਾ x² ਦਾ ਦੂਸਰਾ ਡੈਰੀਵੇਟਿਵ। ਆਪ ਕੁਝ ਵੱਧਦਾ ਜਾਊਗਾ। ਪਹਿਲਾਂ ਤਾਂ ਐਦਾਂ ਸਿੰਬਲ ਜੇ ਲਗਾ ਕੇ ਆਪਾਂ ਡਾਇਰੈਕਸ਼ਨ ਦਿੱਤੀ ਕਿ ਆਪਾਂ ਕੀ ਕਰਨ ਜਾ ਰਹੇ ਹਾਂ। ਦੇਖੋ ਬੁੱਕ ਨੂੰ ਕਰੋਗੇ, ਕਈ ਵਾਰੀ ਬੁੱਕ 'ਤੇ ਲਿਖੇ ਹੋਈਆਂ ਸਟੈਪਸ ਤੁਹਾਨੂੰ ਇਨ ਬਿਨ ਸਮਝ ਨਹੀਂ ਲੱਗਦੇ। ਮੈਂ ਵੈਰੀ ਫਸਟ ਡੇ ਵੀ ਕਿਹਾ ਸੀ ਕਿ ਬੁੱਕ ਨੂੰ ਫੋਲੋ ਨਾ ਕਰਿਓ, ਆਪਣੇ ਟੀਚਰ ਨੂੰ ਫੋਲੋ ਨਾ ਕਰਿਓ, ਆਪਣੇ ਆਪ ਨੂੰ ਫੋਲੋ ਕਰਿਓ।
ਆਪਣੀ ਕੈਲਕੂਲੇਸ਼ਨ ਖੁਦ ਕਰਿਓ। ਬੁੱਕ ਨਾਲ ਤੁਸੀਂ ਮਿਲਾ ਸਕਦੇ ਹੋ, 2 ਸਟੈਪ ਕੱਢਣ ਤੋਂ ਬਾਅਦ ਕਿ ਮੇਰੇ ਕੈਲਕੂਲੇਸ਼ਨ ਸਹੀ ਆ ਰਹੀ ਹੈ, ਆਨਸਰ ਸਹੀ ਆ ਰਿਹਾ। ਇਹ ਨਹੀਂ ਹੋਣਾ ਚਾਹੀਦਾ ਕਿ ਇੱਕ ਲਾਈਨ ਤੁਸੀਂ ਲਿਖੀ ਨਾਲ ਦੀ ਨਾਲ ਬੁੱਕ 'ਤੇ ਮਿਲਾਈ, ਦੂਸਰੀ ਲਾਈਨ ਲਿਖੀ ਨਾਲ ਦੀ ਨਾਲ ਬੁੱਕ 'ਤੇ ਮਿਲਾਈ। ਇੱਦਾਂ ਦੀਆਂ ਆਦਤਾਂ ਨਾ ਪਾਇਓ, ਠੀਕ ਹੈ। ਆਪਣੇ ਆਪ ਨੂੰ ਇੰਪਰੂਵ ਕਰੋ, ਇੱਦਾਂ ਤਿਆਰੀ ਕਰੋ ਕਿ ਬਾਰ-ਬਾਰ ਪੜ੍ਹਨ ਦੀ ਲੋੜ ਨਾ ਪਵੇ। ਇੱਦਾਂ ਪੜ੍ਹੋ ਕਿ ਆਪਣਾ ਹੁਣੇ ਤੋਂ ਹੀ ਐਗਜ਼ਾਮ ਨੂੰ ਸਾਹਮਣੇ ਰੱਖ ਕੇ ਆਪਾਂ ਤਿਆਰੀ ਕਰ ਰਹੇ ਹਾਂ। ਇਕੱਲਾ ਆਉਣਾ ਮੈਟਰ ਨਹੀਂ ਕਰਦਾ, ਬਿਨਾਂ ਮਿਸਟੇਕ ਤੋਂ ਸਹੀ ਸਮੇਂ ਦੇ ਵਿੱਚ ਕਰਨਾ ਮੈਟਰ ਕਰਦਾ ਆ, ਠੀਕ ਹੈ। ਥੋੜ੍ਹੀਆਂ ਜਿਹੀਆਂ ਹੈਬਿਟਸ ਨੂੰ ਇੰਪਰੂਵ ਕਰਨਾ ਪਊਗਾ। ਪਹਿਲੇ ਦਿਨ ਹੀ ਤੁਸੀਂ ਪਰਫੈਕਟ ਨਹੀਂ ਬਣ ਸਕਦੇ, ਥੋੜ੍ਹੇ ਬਹੁਤੇ ਦਿਨਾਂ ਬਾਅਦ, ਇੱਕ ਅੱਧੇ ਮਹੀਨੇ ਤੱਕ ਤੁਸੀਂ ਜਿੱਦਾਂ ਮੈਂ ਟੀਚ ਕਰਨਾ ਚਾਹੁੰਦਾ ਹਾਂ ਉਸ ਲਾਈਨ 'ਤੇ ਆ ਜਾਓਗੇ, ਠੀਕ ਹੈ। ਤੁਸੀਂ ਖੁਦ ਕਹੋਗੇ ਕਿ ਸਾਨੂੰ ਬੁੱਕ ਨਾਲ ਕੁਐਸਚਨ ਦੇਖਣ ਦੀ ਲੋੜ ਨਹੀਂ ਪੈਂਦੀ, ਕਲਾਸ ਲਗਾ ਕੇ ਸਮਝ ਕੇ ਅਸੀਂ ਸਾਰੇ ਆਪਣੇ ਆਪ ਕਰ ਲੈਂਦੇ ਹਾਂ, ਸਾਨੂੰ ਆਨਸਰ ਵੀ ਮਿਲਾਉਣ ਦੀ ਲੋੜ ਨਹੀਂ ਪੈਂਦੀ। ਸਾਡੇ 'ਚ ਕੌਨਫੀਡੈਂਸ ਇੰਨਾ ਆ ਚੁੱਕਿਆ, ਸਾਡੇ ਸਮਝਣ ਦਾ ਤਰੀਕਾ ਇੰਨਾ ਵਧੀਆ ਬਣ ਚੁੱਕਿਆ ਕਿ ਅਸੀਂ ਜਸਟ ਵਰਕਿੰਗ ਰੂਲ ਸਮਝ ਕੇ ਆਪਣੇ ਆਪ ਐਗਜ਼ਾਮਪਲ ਕਰਨ ਲੱਗ ਗਏ। ਸੋ ਤੁਹਾਨੂੰ ਹੁਣੇ ਇੱਥੇ ਕੀ ਦੱਸ ਰਿਹਾ, ਸਟਾਰਟਿੰਗ ਤੋਂ ਸਮਝ ਲਓ ਕਿ ਜੇ ਇੱਦਾਂ ਦੀ ਸਟੇਟਮੈਂਟ ਆ ਜਾਂਦੀ ਆ ਕਿ yn+ ਸਮਥਿੰਗ ਤੱਕ ਦੀ ਸਟੇਟਮੈਂਟ ਪ੍ਰੂਵ ਕਰਨੀ ਆ, ਤਾਂ n ਤੋਂ ਜਿੰਨਾ ਇੰਡੈਕਸ ਵੱਧ ਹੈ, 1 ਵੱਧ ਹੈ, 2 ਵੱਧ ਹੈ, 3 ਵੱਧ ਹੈ, ਉਹਨੇ ਆਰਡਰ ਤੱਕ ਦਾ ਡੈਰੀਵੇਟਿਵ ਕਰਕੇ ਰੱਖ ਲਓ। ਉਸ ਤੋਂ ਬਾਅਦ ਹਰ ਇੱਕ ਪਾਰਟ ਦੇ ਉੱਪਰ ਇੰਡੀਵਿਜੂਅਲੀ ਅਲੱਗ-ਅਲੱਗ ਲੈਬਨਿਜ਼ ਥਿਊਰਮ ਅਪਲਾਈ ਕਰ ਲਓ। ਹੁਣ ਜਦੋਂ ਲੈਬਨਿਜ਼ ਥਿਊਰਮ ਅਪਲਾਈ ਕਰਾਂਗੇ, ਕਿਸੇ ਇੱਕ ਫੰਕਸ਼ਨ ਨੂੰ u ਮੰਨਣਾ ਪੈਂਦਾ, ਦੂਸਰੇ ਫੰਕਸ਼ਨ ਨੂੰ v ਕੰਸੀਡਰ ਕਰਨਾ ਪੈਂਦਾ। ਆਪਾਂ ਮੰਨਾਂਗੇ v ਉਸ ਫੰਕਸ਼ਨ ਨੂੰ ਜਿਹਦਾ ਡੈਰੀਵੇਟਿਵ ਜਲਦੀ ਖਤਮ ਹੋ ਜਾਂਦਾ, ਆਪਾਂ ਨੂੰ ਬਹੁਤੇ ਐਂਡ ਤੱਕ ਜਾਣ ਦੀ ਲੋੜ ਨਹੀਂ ਪੈਂਦੀ, ਠੀਕ ਹੈ। ਤੁਸੀਂ ਹੋਮਵਰਕ ਦੇ ਵਿੱਚ ਜਾ ਕੇ ਇਸੇ ਨੂੰ ਕਰਕੇ ਦੇਖ ਲਿਓ ਵੀ x² ਨੂੰ ਜੇ u ਮੰਨਦੇ, y2 ਨੂੰ ਜੇ v ਮੰਨਦੇ, ਤੁਹਾਨੂੰ ਐਂਡ ਤੱਕ ਦੀਆਂ ਸਟੇਟਮੈਂਟਾਂ ਲਿਖਣੀਆਂ ਪੈਣਗੀਆਂ। ਤੁਹਾਡੇ ਐਂਡ ਵਾਲੇ 3 ਸਟੈਪ ਖਤਮ ਹੋਣਗੇ, ਠੀਕ ਹੈ। ਸੋ ਜਿਹੜੀਆਂ ਤੁਹਾਡਾ ਟੀਚਰ ਤੁਹਾਨੂੰ ਐਡਵਾਈਸਿਸ ਕਰ ਰਿਹਾ, ਮੈਂ ਨਹੀਂ ਕਹਿੰਦਾ ਕਿ ਮੈਂ ਕੋਈ ਵੀ ਹੈ, ਉਹ ਆਪਣੇ ਐਕਸਪੀਰੀਅੰਸ ਦੇ ਵਿੱਚੋਂ 10-15 ਸਾਲਾਂ ਦੇ ਐਕਸਪੀਰੀਅੰਸ ਦੇ ਵਿੱਚੋਂ ਉਹਨਾਂ ਚੀਜ਼ਾਂ ਨੂੰ ਸਮਝਾ ਰਿਹਾ ਜਿਹੜੀਆਂ ਤੁਹਾਨੂੰ ਈਜ਼ੀਲੀ ਨੌਲੇਜ ਗੇਨ ਕਰਨ ਦੇ ਵਿੱਚ ਹੈਲਪ ਕਰਨਗੀਆਂ। ਇਸੇ ਲਈ ਕਹਿੰਦੇ ਆ ਕਿ ਕਲਾਸਾਂ ਲਗਾਓ, ਕਲਾਸਾਂ ਦੇ ਵਿੱਚ ਆਓ, ਤੁਹਾਡੇ ਟੀਚਰ ਦੇ ਐਕਸਪੀਰੀਅੰਸ ਦਾ ਬੈਨੀਫਿਟ ਲਓ। ਵਰਨਾ ਤੁਸੀਂ YouTube 'ਤੇ ਸਰਚ ਕਰ ਲਓ, 3600 ਚੈਨਲ ਮਿਲ ਜਾਣਗੇ ਤੁਹਾਨੂੰ ਇਹੀ ਸਾਰਾ ਕੁਝ ਪੜ੍ਹਾਉਂਦੇ ਹੋਏ। ਬਟ ਉਹ ਪੜ੍ਹਾਉਣ ਦੇ ਢੰਗ ਦਾ ਫਰਕ ਹੈ। ਕੋਈ ਸਿਰਫ ਆਬਜੈਕਟਿਵ ਪੇਪਰਾਂ ਦੀ ਤਿਆਰੀ ਕਰਾ ਰਿਹਾ, ਉਹ ਡਿਟੇਲ ਦੇ ਵਿੱਚ ਸੋਲਵ ਨਹੀਂ ਕਰਦਾ, ਉਹ ਸਿਰਫ ਆਨਸਰ ਕੱਢਣ ਤੱਕ ਤੁਹਾਨੂੰ ਹੈਲਪ ਕਰੂਗਾ ਕਿ ਆਨਸਰ ਕਿਸ ਤਰ੍ਹਾਂ ਦੇਖਣਾ, 1 ਮਿੰਟ ਦੇ ਵਿੱਚ ਸਟੇਟਮੈਂਟ ਦੇ ਵਿੱਚ ਆਨਸਰ ਕਿਵੇਂ ਲੱਭਣਾ। ਕੋਈ ਸਬਜੈਕਟਿਵ ਪੇਪਰ, ਜਿਵੇਂ ਅਸੀਂ ਸਬਜੈਕਟਿਵ ਪੇਪਰਾਂ ਦੀ ਤਿਆਰੀ ਕਰਾ ਰਹੇ ਹਾਂ, ਅਸੀਂ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਰਹੇ ਹਾਂ ਕਿ ਕਿਹੜੀਆਂ ਚੀਜ਼ਾਂ ਕਿੱਥੇ ਆਉਣਗੀਆਂ, ਕਿੱਥੇ ਕਿਹੜੇ ਸਟੈਪਸ ਦਾ ਧਿਆਨ ਰੱਖਣਾ ਹੈ। ਸੋ ਆਪਾਂ ਵਾਪਸ ਆਉਂਦੇ ਹਾਂ ਸਮ 'ਤੇ। ਇਹਦੇ ਵਿੱਚ ਕੀ ਕੀਤਾ ਆਪਾਂ ਨੇ, ਇਸ ਪਾਰਟ ਦੇ ਉੱਪਰ ਲੈਬਨਿਜ਼ ਥਿਊਰਮ ਲਗਾਤੀ। ਕਿਸ ਤਰ੍ਹਾਂ ਲਗਾਈ? ਹੁਣ ਇਹਦੇ ਵਿੱਚ ਪਹਿਲਾਂ ਆ ਗਿਆ NC0, ਫਿਰ y2 ਦਾ nth ਡੈਰੀਵੇਟਿਵ। ਹੁਣ y2 ਦਾ ਜੇ nth ਡੈਰੀਵੇਟਿਵ ਕਰਨਾ, ਇਹਦਾ ਮਤਲਬ y ਦਾ 2 ਵਾਰੀ ਡੈਰੀਵੇਟਿਵ ਤਾਂ ਪਹਿਲਾਂ ਹੀ ਹੋ ਰੱਖਿਆ, n ਡੈਰੀਵੇਟਿਵ ਵੱਧ ਜੂਗਾ। ਕਿੰਨਾ ਆ ਜੂਗਾ? y ਬੋਲੋ n+2। 2 ਵਾਰੀ ਡੈਰੀਵੇਟਿਵ ਪਹਿਲਾਂ ਹੀ ਹੋ ਚੁੱਕਿਆ। ਜੇ ਮੈਂ ਤੁਹਾਨੂੰ ਕਹਾਂ 5 ਵਾਰ ਹੋਰ ਕਰ ਦਿਓ, ਤੁਸੀਂ ਕਹੋਗੇ 7 ਵਾਰ ਡੈਰੀਵੇਟਿਵ ਹੋ ਗਿਆ। 2 ਵਾਰ ਤਾਂ ਪਹਿਲਾਂ ਹੀ ਹੋ ਚੁੱਕਿਆ ਸੀ, 5 ਵਾਰ ਹੋਰ ਜੰਪ ਕੀਤਾ, 7 ਵਾਰ ਆ ਗਿਆ। ਇੱਥੇ ਉਹੀ ਕਨਸੈਪਟ ਹੈ, 2 ਵਾਰ ਡੈਰੀਵੇਟਿਵ ਪਹਿਲਾਂ ਹੀ ਹੋ ਰੱਖਿਆ, n ਵਾਰੀ ਹੋਰ ਕਰਦੇ ਤਾਂ ਕਿੰਨਾ ਆ ਜਾਊਗਾ? yn+2। ਤਾਂ ਇਹਦੀ ਜਗ੍ਹਾ 'ਤੇ ਕੀ ਆ ਜਾਊਗਾ? yn+2 ਨਾਲ x² ਸੇਮ ਆ, ਓਕੇ। ਫਿਰ ਇੱਕ ਇੰਡੈਕਸ ਵੱਧ ਜਾਏਗਾ NC1, y2 ਦਾ n-1th ਡੈਰੀਵੇਟਿਵ। ਇਹਨਾਂ ਦੋਨੋਂ ਚੀਜ਼ਾਂ ਨੂੰ ਜੋੜ ਦਿਓ ਬਸ। ਜਿਵੇਂ ਮੈਂ 2 ਵਾਰੀ ਡੈਰੀਵੇਟਿਵ ਤੋਂ ਬਾਅਦ 5 ਵਾਰੀ ਡੈਰੀਵੇਟਿਵ ਹੋਰ ਕੀਤਾ, 2 ਤੇ 5 7 ਹੋ ਗਿਆ। ਇੱਥੇ y2 ਦਾ nth ਡੈਰੀਵੇਟਿਵ ਕੀਤਾ ਸੀ ਤਾਂ n+2 ਆ ਗਿਆ। ਇੱਥੇ y2 ਦਾ n-1 ਡੈਰੀਵੇਟਿਵ ਕਰਾਂਗੇ ਤਾਂ ਕਿੰਨਾ ਰਹਿ ਜੂ? n+1। ਤਾਂ ਇੱਥੇ ਜਗ੍ਹਾ 'ਤੇ ਕਿੰਨਾ ਆ ਗਿਆ? yn+1। ਆਹ ਨਾ ਜਿਹੜਾ ਲਿਖਿਆ ਹੋਇਆ ਬੁੱਕ 'ਤੇ ਲਿਖਣ ਵੇਲੇ ਉਹ ਬਹੁਤ ਜ਼ਿਆਦਾ ਧਿਆਨ ਫੌਂਟਸ ਵੱਲ ਨਹੀਂ ਦਿੰਦੇ। ਤੁਸੀਂ ਆਪਣੀ ਲਿਖਾਈ ਦੇ ਵਿੱਚ ਜਿਹੜਾ ਇੰਡੈਕਸ ਨੰਬਰ ਹੁੰਦਾ, ਜਿਸ ਤਰ੍ਹਾਂ ਆਪਾਂ ਇਹ ਲਿਖ ਰਹੇ ਹਾਂ, ਜੇ ਆਪਾਂ ਲਿਖਦੇ ਇਹਨੂੰ n+1 ਇੱਦਾਂ ਲਿਖਦੇ, y ਨੂੰ ਥੋੜ੍ਹੀ ਜਿਹੀ ਬਿਗਰ ਸ਼ੇਪ ਦੇ ਲਓ, ਉਹਦੇ ਇੰਡੈਕਸ ਦੇ ਵਿੱਚ ਲਿਖੋ n+1। ਹੋ ਸਕਦਾ ਕਿਸੇ ਬੱਚੇ ਨੂੰ ਪੜ੍ਹਨ ਵਾਲੇ ਨੂੰ ਇਹ ਲੱਗੇ ਕਿ ਜਿਹੜਾ yn ਆ ਉਹਦੇ ਵਿੱਚ ਇੱਕ ਐਡ ਕੀਤਾ ਹੋਇਆ, ਇੱਕ ਤਾਂ ਆਹ ਚੀਜ਼ ਲਿਖੀ ਹੋਈ ਹੈ, ਇੱਕ ਆਹ ਲਿਖਿਆ ਹੋਇਆ। ਇਹ ਤੁਹਾਨੂੰ ਕੀ ਨਜ਼ਰ ਆ ਰਿਹਾ? 2 ਤਰੀਕਿਆਂ ਨਾਲ ਪੜ੍ਹਿਆ ਜਾ ਸਕਦਾ। ਇੱਕ ਕੀ ਹੋ ਸਕਦਾ? yn+1 ਸਹੀ ਜਿਵੇਂ ਆਪਾਂ ਲਿਖਿਆ। ਕੋਈ ਪਰਸਨ ਇਹਨੂੰ ਇਹ ਵੀ ਸਮਝ ਸਕਦਾ ਕਿ ਸ਼ਾਇਦ ਇੱਥੇ yn ਅਲੱਗ ਹੈ, +1 ਅਲੱਗ ਹੈ। ਸੋ ਹੈਂਡ ਰਾਈਟਿੰਗ ਇੱਦਾਂ ਦੇ ਲਿਖੋ, ਜਿਹੜਾ ਇਹ ਇੰਡੈਕਸ ਨੰਬਰ ਆ, ਜਿੰਨਾ ਆਕਾਰ ਤੁਹਾਡਾ ਮੇਨ ਅੱਖਰ ਦਾ, ਉਹਦਾ ਤੀਜਾ ਹਿੱਸਾ ਰੱਖ ਲਓ। ਤੀਜਾ ਜਿੰਨਾ ਆਕਾਰ ਮੇਨ ਅੱਖਰ ਦਾ, ਉਹਦਾ 3rd ਤੱਕ, ਔਰ ਉਹਨੂੰ ਨੀਚੇ ਜੇ ਲਿਖੋ, ਬਿਲਕੁਲ ਹੀ ਨੀਚੇ ਜੇ। ਤੁਹਾਡੇ ਇੰਡੈਕਸ ਨੰਬਰ ਤੁਹਾਡੀ ਮੇਨ ਸਟੇਟਮੈਂਟ ਦੇ ਵਿੱਚ ਨਹੀਂ ਚੱਲਦੇ ਫਿਰਦੇ ਨਜ਼ਰ ਆਉਣੇ ਚਾਹੀਦੇ। ਬੁੱਕ ਦੇ ਕਿਤੇ ਇਹਨਾਂ ਚੀਜ਼ਾਂ ਦੀ ਮਿਸਟੇਕ ਹੈ। ਉਹ ਪ੍ਰਿੰਟਿੰਗ ਮਿਸਟੇਕ ਕਹਿ ਲਓ, ਠੀਕ ਹੈ। ਕਈ ਤਰ੍ਹਾਂ ਦੇ ਕਾਰਨ ਆ ਸਕਦੇ ਨੇ ਉੱਥੇ,
ਪ੍ਰਿੰਟ ਕਰਨ ਵਾਲਾ, ਟਾਈਪ ਕਰਨ ਵਾਲਾ, ਹੋ ਸਕਦਾ ਮੈਥਮੈਟੀਸ਼ੀਅਨ ਨਾ ਹੋਵੇ, ਉਹਨੂੰ ਪਤਾ ਹੀ ਨਾ ਹੋਵੇ, ਹੋ ਸਕਦਾ ਜਸਟ ਉਹ ਇਕੱਲਾ ਟਾਈਪ ਕਰ ਰਿਹਾ, ਉਹ ਨਾਲ ਫਿਰ ਉਹਨੂੰ ਫੋਲੋ ਨਹੀਂ ਕਰਦਾ। ਵਧੀਆ ਤਰੀਕਾ ਤਾਂ ਇਹੀ ਹੁੰਦਾ ਕਿ ਜੋ ਪਰਸਨ ਮੈਥਮੈਟਿਕਲ ਦਾ ਇੰਟੈਲੀਜੈਂਟ ਹੈ, ਜੋ ਲਿਖ ਰਿਹਾ ਆਪਣਾ ਨੋਟਸ ਉਹੀ ਟਾਈਪ ਕਰੇ, ਉਹਨੂੰ ਪਤਾ ਹੁੰਦਾ ਕਿ ਕੈਲਕੂਲੇਸ਼ਨ ਕੀ ਚੱਲ ਰਹੀ ਹੈ, ਮੈਂ ਲਿਖ ਕੀ ਰਿਹਾ। ਜ਼ਿਆਦਾਤਰ ਇਹ ਚੀਜ਼ਾਂ ਛਪਣ ਜਾਂਦੀਆਂ ਨੇ ਪ੍ਰਿੰਟਿੰਗ ਪ੍ਰੈਸ ਦੇ ਵਿੱਚ, ਉੱਥੇ ਉਹ ਸਾਰੇ ਸਬਜੈਕਟਾਂ ਦੇ ਪਰਫੈਕਟ ਨਹੀਂ ਹੁੰਦੇ। ਫਿਜ਼ਿਕਸ ਦੀਆਂ ਵੀ ਉਹੀ ਰਾਈਟ ਆਊਟ ਕਰ ਰਹੇ ਨੇ, ਮੈਥ ਦੀਆਂ ਵੀ ਰਾਈਟ ਕਰ ਰਹੇ ਨੇ, ਹਿਸਟਰੀ ਦੀਆਂ ਵੀ ਉਹੀ ਰਾਈਟ ਆਊਟ ਕਰ ਰਹੇ ਨੇ। ਸੋ ਕਈ ਵਾਰੀ ਸਿੰਬੋਲਿਕਲੀ ਚੀਜ਼ਾਂ ਥੋੜ੍ਹੀਆਂ ਜਿਹੀਆਂ ਡਿਫਰ ਹੋ ਜਾਂਦੀਆਂ ਨੇ, ਪਰ ਤੁਸੀਂ ਆਦਤ ਪਾਓ ਸਹੀ ਤਰੀਕੇ ਨਾਲ ਲਿਖਣ ਦੀ। ਨੈਕਸਟ ਗੱਲ ਕਰੀਏ, ਇਸ ਤੋਂ ਬਾਅਦ ਕਿੰਨਾ ਆ ਗਿਆ। ਹੁਣ ਜਦੋਂ ਆਪਾਂ ਐਕਸ ਸਕੁਏਅਰ ਦਾ ਪਹਿਲਾ ਡੈਰੀਵੇਟਿਵ ਕਰਾਂਗੇ, ਕਿੰਨਾ ਆ ਗਿਆ 2x। ਉਸ ਤੋਂ ਬਾਅਦ NC2 ਆ ਗਿਆ ਜੀ, y2 ਦਾ n-2 ਇੱਥੇ ਡੈਰੀਵੇਟਿਵ ਕਿੰਨਾ ਆ ਗਿਆ yn। ਇਹਦੀ ਜਗ੍ਹਾ ਤੇ ਕੀ ਆ ਗਿਆ yn। ਐਕਸ ਸਕੁਏਅਰ ਦਾ ਦੂਸਰਾ ਡੈਰੀਵੇਟਿਵ ਕਿੰਨਾ ਆ ਗਿਆ, ਐਕਸ ਸਕੁਏਅਰ ਦਾ ਪਹਿਲਾ ਆਇਆ ਸੀ 2x, ਦੂਸਰਾ ਡੈਰੀਵੇਟਿਵ ਆਇਆ ਸੀ 2। ਇਹ ਤੋਂ ਬਾਅਦ ਕੋਈ ਵੀ ਸਟੈਪ ਲਿਖਣ ਦੀ ਲੋੜ ਨਹੀਂ, ਬਿਕੋਜ਼ ਸਾਰੀ ਸਟੇਟਮੈਂਟ 0 0 0 ਹੋ ਜਾਏਗੀ, ਬਿਕੋਜ਼ 2 ਦਾ ਜੇ ਅੱਗੇ ਡੈਰੀਵੇਟ ਕਰਾਂਗੇ ਕੌਨਸਟੈਂਟ ਦਾ 0 ਆ ਜਾਏਗਾ। ਸੋ ਇੱਥੇ ਸਟਾਪ। ਪਹਿਲੇ ਦਾ ਹੋ ਗਿਆ। ਹੁਣ ਇਸੇ ਤਰੀਕੇ ਨਾਲ ਦੂਸਰੇ ਦਾ NC0 ਤੋਂ ਸ਼ੁਰੂ ਹੋਊਗਾ, y1 ਦਾ n ਵਾਰੀ ਡੈਰੀਵੇਟਿਵ ਹੋਰ ਕਰਾਂਗੇ, ਕਿੰਨਾ ਜੂਗਾ yn+1। ਪਹਿਲਾ ਫੰਕਸ਼ਨ x ਦੇ ਨਾਲ ਸੇਮ ਰਹਿ ਜਾਏਗਾ, ਪਲੱਸ ਇੱਕ ਇੰਡੈਕਸ ਵੱਧ ਕੇ NC1। ਹੁਣ y ਦੇ ਡੈਰੀਵੇਟਿਵ ਇੱਕ ਘਟਣੇ ਸ਼ੁਰੂ ਹੋ ਜਾਣਗੇ, y ਦੇ ਇੰਡੈਕਸ ਪਹਿਲਾਂ yn+1 ਸੀ, ਘਟ ਕੇ ਕਿੰਨਾ ਰਹਿ ਗਿਆ yn। ਇੱਥੇ v ਫੰਕਸ਼ਨ ਕਿਹਨੂੰ ਮੰਨਿਆ ਹੋਇਆ ਤੁਸੀਂ, x ਨੂੰ। v ਦਾ ਪਹਿਲਾ ਡੈਰੀਵੇਟਿਵ ਕਰਾਂਗੇ ਕੀ ਆ ਜਾਊਗਾ 1, ਕੌਨਸਟੈਂਟ ਆ ਗਿਆ, ਅੱਗੇ ਲਿਖਣ ਦੀ ਲੋੜ ਨਹੀਂ, ਅੱਗੇ ਲਿਖਣ ਦੀ ਲੋੜ ਨਹੀਂ। ਤੇ ਇਹਦੇ ਵਿੱਚ ਕੀ ਸੀ, ਇਹਦੇ ਵਿੱਚ ਤਾਂ ਸਿੰਗਲ ਫੰਕਸ਼ਨ ਹੀ ਆ y, ਇਹਦਾ ਡੈਰੀਵੇਟਿਵ ਕਿੰਨਾ ਜਾਊਗਾ yn, n ਇੱਥੇ ਡੈਰੀਵੇਟਿਵ। ਜੇ ਇੱਥੇ y1 ਹੁੰਦਾ ਤਾਂ n ਇੱਥੇ ਡੈਰੀਵੇਟਿਵ ਕੀ ਆ ਜਾਂਦਾ n+1, ਜੇ y3 ਹੁੰਦਾ n ਇੱਥੇ ਡੈਰੀਵੇਟਿਵ ਕੀ ਆ ਜਾਂਦਾ n+3। ਸੋ ਇਦਾਂ ਦਾ ਕੰਮ ਆ। ਇਹਦੇ ਨਾਲ ਦੇ ਕਾਫੀ ਸਾਰੇ ਕੁਐਸਚਨ ਨੇ, ਬੇਸਿਕਲੀ ਤੁਸੀਂ ਇਹ ਕਰਨੇ ਆ। ਇੱਕ ਸਮ ਮੈਂ ਹੋਰ ਦੱਸਦਾ ਇਹਦੇ ਨਾਲ ਦਾ। ਸੋ ਇਹਦੇ ਨਾਲ ਦੇ ਰਾਜੀ ਕਾਫੀ ਸਾਰੇ ਕੁਐਸਚਨ ਨੇ। ਆ ਵੀ ਸਟੇਟਮੈਂਟ ਬਿਲਕੁਲ ਇਹਦੇ ਨਾਲ ਦੀ ਹੈ, ਇੰਪੋਰਟੈਂਟ ਸਮ ਹੈ। ਇਹਦੇ ਵਿੱਚ ਕੀ ਹੈ ਦੇਖੋ, ਤਾਂ y ਕੋਈ ਸਟੇਟਮੈਂਟ ਦੇਤੀ, ਠੀਕ ਹੈ, ਆਪਾਂ ਪ੍ਰੂਫ ਕੀ ਕਰਨਾ ਉਹਦੇ ਵੱਲ ਦੇਖਦੇ ਹਾਂ। ਸੇਮ ਉਹੀ ਕੰਡੀਸ਼ਨ ਆ ਰਹੀ ਹੈ ਜੋ ਪਹਿਲੇ ਸਮ ਦੇ ਵਿੱਚ ਆਈ ਹੈ, yn+2 ਵਾਲੀ ਕੋਈ ਸਟੇਟਮੈਂਟ ਫਾਈਂਡ ਆਊਟ ਕਰਨੀ ਹੈ, yn+2 ਵਾਲੀ। ਇਹਦੇ ਲਈ ਕੀ ਕੰਮ ਕਰਨਾ ਪਏਗਾ, ਪਹਿਲਾਂ ਸੈਕਿੰਡ ਆਰਡਰ ਤੱਕ ਦਾ ਡੈਰੀਵੇਟਿਵ ਪਤਾ ਕਰਾਂਗੇ। ਉਸ ਤੋਂ ਬਾਅਦ ਆਪਾਂ ਜੋ ਵੀ ਸਟੇਟਮੈਂਟ ਬਣਦੀ ਹੋਊਗੀ, ਜਿੰਨੇ ਵੀ ਉਹਦੇ ਪਾਰਟ ਬਣਦੇ ਹੋਣਗੇ, ਸਾਰਿਆਂ ਦੇ ਉੱਪਰ ਲੈਬਨਿਜ਼ ਰੂਲ ਦਾ ਰਿਜ਼ਲਟ ਅਪਲਾਈ ਕਰ ਦਾਂਗੇ। ਸੋ ਮੈਨੂੰ ਇਹ ਲੱਗਦਾ ਕਿ ਜੇ ਤੁਸੀਂ ਸਹੀ ਤਰੀਕੇ ਨਾਲ ਸਮਝਣ ਲੱਗ ਗਏ, ਚਾਹੇ ਆਪਾਂ ਲੈਕਚਰ ਦੇ ਵਿੱਚ 15 ਮਿੰਟ ਪੜ੍ਹੀਏ, ਭਾਵੇਂ ਸਿਰਫ 15 ਮਿੰਟ ਪੜ੍ਹੀਏ, ਪਰ ਤੁਸੀਂ 2 ਘੰਟੇ ਜਿੰਨਾ ਸਮਝ ਜਾਓਗੇ, ਘਰ ਜਾ ਕੇ 2 ਘੰਟੇ ਕਰਨ ਜਿੰਨਾ ਆਪਾਂ ਸਮਝ ਲਓਗੇ। ਸੋ ਜਦੋਂ ਕਲਾਸ ਲੱਗ ਰਹੀ ਹੈ, ਜਿਸ ਦਿਨ ਟੌਪਿਕ ਸ਼ੁਰੂ ਹੋ ਰਿਹਾ, ਜਿਵੇਂ ਅੱਜ ਦਾ ਟੌਪਿਕ ਸੀਗਾ ਆਪਣਾ ਸਕਸੈਸਿਵ ਡਿਫਰੈਂਸ਼ੀਏਸ਼ਨ ਦੇ ਲੈਬਨਿਜ਼ ਥਿਊਰਮ ਦੀਆਂ ਐਪਲੀਕੇਸ਼ਨਸ, ਜਿਹੜੇ ਉਸ ਦਿਨ ਕੁਐਸਚਨ ਕਰੇ ਸੀ ਆਪਾਂ, ਉਹ ਲੈਬਨਿਜ਼ ਥਿਊਰਮ ਡਾਇਰੈਕਟਲੀ ਅਪਲਾਈ ਕਰ ਰਹੇ ਸੀ ਕਿਸੇ ਸਮ ਦੀ। ਇਹ ਉਹਦੀਆਂ ਐਪਲੀਕੇਸ਼ਨ ਆ ਗਈਆਂ ਕਿ ਲੈਬਨਿਜ਼ ਥਿਊਰਮ ਕਿਵੇਂ ਕਿਸੇ ਸਮ 'ਤੇ ਅਪਲਾਈ ਕਰਨੀ, ਉਹ ਆਪਾਂ ਸਿੱਖ ਗਏ। ਹੁਣ ਆਪਾਂ ਉਹ ਤੋਂ ਅੱਗੇ ਐਪਲੀਕੇਸ਼ਨ ਵੱਲ ਚੱਲਦੇ ਹਾਂ। ਹੁਣ ਇਹਦੇ ਵਿੱਚ ਮੰਨ ਲਓ ਜਿਵੇਂ ਐਪਲੀਕੇਸ਼ਨ ਦਾ ਟੌਪਿਕ ਸਟਾਰਟ ਹੋ ਰਿਹਾ, ਤਾਂ ਜਿਸ ਦਿਨ ਟੌਪਿਕ ਸਟਾਰਟ ਹੋ ਰਿਹਾ, ਆਪਣੇ ਸਾਰੇ ਪਰਸਨਲ ਗਤੀਵਿਧੀਆਂ ਨੂੰ ਬੰਦ ਕਰਕੇ, ਫੋਨ ਆਫ ਕਰਕੇ, ਧਿਆਨ ਸਿੱਧਰ ਰੱਖ ਕੇ ਟੌਪਿਕ ਸਮਝ ਲੈਣਾ, ਧਿਆਨ ਨਾਲ ਵਰਕਿੰਗ ਰੂਲ ਸਮਝ ਲੈਣਾ। ਘਰ ਜਾ ਕੇ ਚਾਹ ਭਾਵੇਂ ਲੈਕਚਰ ਨੂੰ ਰਿਪੀਟ ਕਰ ਲਓ, ਸੁਣ ਲਓ, ਆਪਣੇ ਸ਼ਬਦਾਂ ਦੇ ਵਿੱਚ ਵਰਕਿੰਗ ਰੂਲ ਜ਼ਰੂਰ ਲਿਖੋ। ਪਹਿਲਾਂ ਵਰਕਿੰਗ ਰੂਲ ਤੁਹਾਡਾ ਤਿਆਰ ਹੋਣਾ ਚਾਹੀਦਾ ਹੈ, ਉਸ ਤੋਂ ਬਾਅਦ ਤੁਸੀਂ ਗੇਮ ਖੇਡਣ ਜਾਣਾ, ਬੈਟਰ ਰਿਜ਼ਲਟ ਆਉਣਗੇ। ਹੁਣ ਅੱਗੇ ਕੀ ਕੰਮ ਕਰਨਾ ਤੁਸੀਂ, ਮੇਰੇ ਖਿਆਲ ਦੇ ਵਿੱਚ ਇਸ ਸਮ ਦੇ ਵਿੱਚ ਸਾਰਾ ਕੁਝ ਸਮਝ ਹੀ ਗਏ। ਸੋ ਸਟਾਰਟਿੰਗ ਦੇ ਵਿੱਚ ਪਹਿਲਾਂ ਤਾਂ ਆਪਾਂ ਸਟੇਟਮੈਂਟ ਨੂੰ ਥੋੜ੍ਹਾ ਜਿਹਾ ਸਿੰਪਲੀਫਾਈ ਦੇ ਵਿੱਚ ਕਰ ਲੈਂਦੇ ਹਾਂ। ਜਿਵੇਂ ਜੇ ਆਪਣੇ ਕੋਲ ਇੱਥੇ ਸਕੁਏਅਰ ਹੈ, ਠੀਕ ਹੈ, ਇਹਦੇ ਵਿੱਚ ਕੀ ਹੈ ਹਾਈਪਰਬੋਲਿਕ ਸਾਈਨ x। ਜੇ ਆਪਾਂ ਇਹਦਾ ਪਹਿਲਾ ਡੈਰੀਵੇਟਿਵ ਕਰਦੇ ਹਾਂ, 2 ਅੱਗੇ ਆ ਗਿਆ, ਹਾਈਪਰਬੋਲਿਕ ਸਾਈਨ x ਦੀ ਪਾਵਰ 1 ਰਹੇਗੀ। ਮੰਨ ਲਓ ਆ ਸੀਗਾ ਹਾਈਪਰਬੋਲਿਕ ਸਾਈਨ ਦੀ ਪਾਵਰ 1 ਰਹੇਗੀ, ਬਿਨਾਂ ਪਾਵਰ ਤੋਂ ਇਹਦਾ ਡੈਰੀਵੇਟਿਵ ਕੀਤਾ 1/√ਦੇ ਵਿੱਚ 1 + x²। ਆਪਾਂ ਇਹ ਤੋਂ ਹੀ ਅੱਗੇ ਡੈਰੀਵੇਟਿਵ ਕਰ ਸਕਦੇ ਹਾਂ, ਪ੍ਰੋਡਕਟ ਨੂੰ ਲੱਗ ਜੂਗਾ ਵੱਧ ਤੋਂ ਵੱਧ। ਆਪਾਂ ਨੇ ਤਾਂ 2 ਆਰਡਰ ਤੱਕ ਦਾ ਡੈਰੀਵੇਟਿਵ ਕਰਨਾ, ਇਹਨੂੰ ਪਹਿਲਾ ਫੰਕਸ਼ਨ ਮੰਨ ਲਓ, ਇਹਨੂੰ ਦੂਜਾ ਫੰਕਸ਼ਨ ਮੰਨ ਲਓ। ਜੇ ਥੋੜਾ ਜਿਹਾ ਸੌਖਾ ਕਰਨਾ, ਪਹਿਲਾਂ ਤਾਂ ਕ੍ਰਾਸ ਮਲਟੀਪਲਾਈ ਕਰਕੇ ਇਹਨੂੰ ਇੱਧਰ ਲੈ ਜਾਓ, ਉਹ ਤੋਂ ਵੀ ਪਹਿਲਾਂ ਆ ਅੰਡਰ-ਰੂਟ ਪ੍ਰੋਬਲਮ ਦਊਗਾ ਸੋਲਵ ਕਰਨ ਵੇਲੇ। ਸਕੇਅਰਿੰਗ ਕਰ ਲਓ ਦੋਨਾਂ ਪਾਸੇ, ਸਕੇਅਰਿੰਗ ਕਰਕੇ ਕੀ ਆ ਜਾਊਗਾ, y1 ਦੀ ਪਾਵਰ 2 ਆ ਜਾਊਗੀ, 2 ਦਾ 4 ਬਣ ਗਿਆ, ਹਾਈਪਰਬੋਲਿਕ ਸਾਈਨ ਇਨਵਰਸ ਦੀ ਪਾਵਰ 2 ਆ ਗਈ, ਇਹਦਾ ਅੰਡਰ-ਰੂਟ ਕੈਂਸਲ ਹੋ ਜਾਊਗਾ। ਇੱਥੇ ਕੀ ਬਚੂਗਾ 1 + x², ਉਹਨੂੰ ਲੈਫਟ ਸਾਈਡ ਤੋਂ ਲੈ ਜਾਵਾਂਗੇ, 1 + x² y1 ਦਾ ਹੋਲ ਸਕੇਅਰ। ਆ ਜਿਹੜਾ ਸਕੇਅਰ ਥੋੜੀ ਜਿਹੀ ਆਦਤ ਪਾਇਓ ਇੱਦਾਂ ਲਿਖਣ ਦੀ, ਬ੍ਰੈਕਟ ਪਾ ਕੇ ਉਹਦੀ ਪਾਵਰ, ਜਿਵੇਂ ਮੈਂ ਇੱਥੇ ਲਿਖ ਰਿਹਾ
ਠੀਕ ਹੈ, ਤਾਂ ਕਿ ਆਪਾਂ ਨੂੰ ਜਿਹੜਾ ਕੋਈ ਟੀਚਰ ਤੁਹਾਡੇ ਸਾਹਮਣੇ ਸਮਝ ਰਿਹਾ, ਕੋਈ ਫਰੈਂਡ ਸਰਕਲ ਦੇ ਵਿੱਚ ਤੁਹਾਡਾ ਕੋਈ ਦੋਸਤ ਤੁਹਾਡੇ ਨੋਟਸ ਨੂੰ ਪੜ੍ਹ ਰਿਹਾ, ਉਹਨੂੰ ਕਿਤੇ ਵੀ ਪ੍ਰੋਬਲਮ ਨਾ ਆਵੇ, ਕਿਤੇ ਵੀ ਪੁੱਛਣ ਦੀ ਲੋੜ ਨਾ ਪਵੇ ਟੀਚਰ ਨੂੰ। ਐਗਜ਼ਾਮੀਨਰ ਦੇਖੂਗਾ ਕਿ ਹਰ ਇੱਕ ਸਟੈਪ ਬੱਚੇ ਨੂੰ ਆਉਂਦਾ ਸੀ, ਕਿਤੋਂ ਕਾਪੀ ਨਹੀਂ ਕੀਤਾ ਹੋਇਆ। ਇਹੀ ਚੀਜ਼ਾਂ ਤੁਹਾਡੀਆਂ ਤੁਹਾਡੇ ਡਾਟੇ ਨੂੰ, ਤੁਹਾਡੇ ਰਿਜ਼ਲਟ ਨੂੰ ਬੁੱਕਸ ਤੋਂ ਡਿਫਰੈਂਟ ਬਣਾਉਂਦੀਆਂ ਨੇ। ਸੋ ਨੈਕਸਟ ਚੱਲਦੇ ਹਾਂ। ਆਪਾਂ ਨੇ ਇੱਕ ਵਾਰੀ ਡੈਰੀਵੇਟਿਵ ਕੀਤਾ, ਇੱਕ ਵਾਰੀ ਹੋਰ ਕਰਨਾ ਸੀਗਾ ਡੈਰੀਵੇਟਿਵ। ਪਰ ਜਦੋਂ ਆਪਾਂ ਦੇਖ ਰਹੇ ਹਾਂ ਡੈਰੀਵੇਟਿਵ ਕਰ ਰਹੇ ਹਾਂ, ਇਹਦੇ ਵਿੱਚ ਕੀ ਬਣ ਰਿਹਾ, 1 + x² ਸੇਮ ਹੈ, y1 ਦੀ ਪਾਵਰ 2 ਆ, ਠੀਕ ਹੈ। ਰਾਈਟ ਸਾਈਡ ਤੇ 4 ਟਾਈਮਸ ਹਾਈਪਰਬੋਲਿਕ ਸਾਈਨ ਇਨਵਰਸ ਦੀ ਪਾਵਰ 2 ਆ ਗਈ। ਜੇ ਕਿਤੇ ਤੁਹਾਡੀ ਮੇਨ ਸਟੇਟਮੈਂਟ ਦੁਬਾਰਾ ਰਿਪੀਟ ਹੋ ਰਹੀ ਹੈ ਤਾਂ ਉਹਦੀ ਜਗ੍ਹਾ ਤੇ y ਲਿਖੋ। ਮੇਨ ਸਟੇਟਮੈਂਟ ਕੀ ਸੀ, ਹਾਈਪਰਬੋਲਿਕ ਸਾਈਨ ਇਨਵਰਸ x ਦੀ ਪਾਵਰ 2, ਤਾਂ ਇਹਦੀ ਜਗ੍ਹਾ ਤੇ ਕੀ ਆ ਗਿਆ, y। ਹੁਣ ਜਸਟ ਇਹਦਾ ਤੁਸੀਂ ਸੈਕੰਡ ਡੈਰੀਵੇਟਿਵ ਈਜ਼ੀਲੀ ਕਰ ਸਕਦੇ ਹੋ। ਜੇ ਸੈਕੰਡ ਡੈਰੀਵੇਟਿਵ ਕਰਨਾ ਹੈ ਤਾਂ ਕੀ ਆਏਗਾ, ਇੱਧਰ ਪ੍ਰੋਡਕਟ ਲੱਗ ਜਾਏਗਾ। ਪਹਿਲਾ ਫੰਕਸ਼ਨ 1 + x², ਆ ਸੈਕੰਡ ਫੰਕਸ਼ਨ ਦਿਸ ਹੈ। ਸੋ 1 + x² ਸੇਮ, ਇਹਦਾ ਡੈਰੀਵੇਟਿਵ ਕਰਾਂਗੇ 2 ਅੱਗੇ ਆ ਗਿਆ। ਬਿਨਾਂ ਪਾਵਰ ਤੋਂ y1 ਦਾ ਡੈਰੀਵੇਟਿਵ ਕੀਤਾ y2। ਇੱਥੇ ਫਸਟ ਫੰਕਸ਼ਨ ਸੇਮ ਲਿਖਿਆ ਸੀ, ਇੱਥੇ ਆਪਾਂ ਸੈਕੰਡ ਫੰਕਸ਼ਨ ਸੇਮ ਲਿਖ ਲੈਂਦੇ ਹਾਂ। 1 + x² ਦਾ ਡੈਰੀਵੇਟਿਵ ਕਰਦੇ ਹਾਂ 2x। ਰਾਈਟ ਸਾਈਡ ਤੇ 4y ਦਾ ਡੈਰੀਵੇਟਿਵ ਕਰਦੇ ਹਾਂ 4y1। ਉਸ ਤੋਂ ਬਾਅਦ ਸਿੰਪਲੀਫਿਕੇਸ਼ਨ ਨੂੰ ਫੋਲੋ ਕਰੋ। ਕੁਝ ਬੋਥ ਸਾਈਡ ਤੇ ਕਾਮਨ ਹੁੰਦਾ, ਕਾਮਨ ਲੈ ਕੇ ਕੈਂਸਲ ਕਰ ਦਿਓ। ਜਿਵੇਂ ਇਹਦੇ ਵਿੱਚ 2y1 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 ਕਾਮਨ ਲੈ ਕੇ ਡਿਵਾਈਡ ਕਰਦਾ, ਆਹ ਸਟੇਟਮੈਂਟ ਆ ਗਈ। ਇਹ ਤੁਹਾਡਾ ਸੈਕੰਡ ਡੈਰੀਵੇਟਿਵ ਆ ਗਿਆ। ਹੁਣ ਤੁਸੀਂ ਇਹਦੇ ਤੇ ਡਿਫਰੈਂਸ਼ੀਏਸ਼ਨ ਕਰ ਦੇਣੀ ਹੈ ਕਿੰਨੇ ਵਾਰੀ, n ਟਾਈਮਸ ਬਾਈ ਲੈਬਨਿਜ਼ ਰੂਲ, ਜਿਹਦੇ ਸਟੈਪਸ ਆਪਾਂ ਪਹਿਲਾਂ ਸਿੱਖ ਚੁੱਕੇ। ਕਿਵੇਂ ਸੋਲਵ ਕਰਨੇ ਆ, ਕਿੰਨੇ ਪਾਰਟ ਬਣਨਗੇ, ਉਹ ਮੌਕੇ ਤੇ ਦੇਖਣਾ ਪਏਗਾ। ਇੱਕ ਪਾਰਟ ਇਹ ਹੈ, ਇੱਕ ਪਾਰਟ ਇਹ ਹੈ, ਇੱਕ ਆਰ ਸੀ। ਉਹ 2 ਦਾ ਜੇ nth ਡੈਰੀਵੇਟਿਵ ਕਰਾਂਗੇ ਤਾਂ 0 ਹੀ ਆਏਗਾ, ਕਾਂਸਟੈਂਟ ਆ। ਇਹਦੇ ਵਿੱਚ u ਕਿਹਨੂੰ ਮੰਨੀਏ, ਇਹਨੂੰ v ਮੰਨਦੇ ਆ 1 + x²। ਇਹਦੇ ਵਿੱਚ v ਮੰਨਾਂਗੇ x ਨੂੰ। ਆ u ਹੈ, ਆ ਵੀ ਤੁਹਾਡਾ u ਹੈ, ਬਿਲਕੁਲ ਪਹਿਲਾਂ ਵਾਲਾ ਸਮਾਂ। ਬਸ ਉਹਦੇ ਵਿੱਚ 1 + x², ਇਹਦੇ ਵਿੱਚ 1 + x² ਆ ਰਿਹਾ, ਉਹਦੇ ਵਿੱਚ x² ਆ ਗਿਆ। ਸੋ 2 ਗੱਲਾਂ ਦਾ ਅੱਜ ਮੇਨ ਧਿਆਨ ਰੱਖਣਾ ਇੱਦਾਂ ਦੀਆਂ ਸਟੇਟਮੈਂਟ ਦੇ ਵਿੱਚ ਕਿ nth ਆਰਡਰ ਤੋਂ ਵੱਧ ਜਿੰਨੇ ਆਰਡਰ ਤੱਕ ਦਾ ਡੈਰੀਵੇਟਿਵ ਤੁਹਾਡੀ ਸਟੇਟਮੈਂਟ ਦੇ ਵਿੱਚ ਪ੍ਰੂਵ ਕਰਨ ਲਈ ਕਿਹਾ ਜਾ ਰਿਹਾ, ਤਾਂ ਉਹਨੇ ਡੈਰੀਵੇਟਿਵ ਦਾ ਪਹਿਲਾਂ ਡੈਰੀਵੇਟਿਵ ਕਰਕੇ ਰੱਖ ਲਓ ਸਟੇਟਮੈਂਟ ਦਾ। ਬਾਅਦ ਦੇ ਵਿੱਚ nth ਡੈਰੀਵੇਟਿਵ ਨੂੰ ਅਪਲਾਈ ਕਰ ਦੇਣਾ ਲੈਬਨਿਜ਼ ਥਿਊਰਮ ਦੀ ਹੈਲਪ ਦੇ ਨਾਲ। ਇੱਥੇ ਅਪਲਾਈ ਕਰਨਾ ਇਕੱਲੇ ਪਾਰਟ ਦੇ ਅਲੱਗ-ਅਲੱਗ। ਉਸ ਫੰਕਸ਼ਨ ਨੂੰ ਵੀ ਮੰਨਣਾ ਜਿਹਦਾ ਡੈਰੀਵੇਟਿਵ ਦੂਜੇ ਦੇ ਕੰਪੈਰੀਜ਼ਨ ਦੇ ਵਿੱਚ ਜਲਦੀ ਖਤਮ ਹੋ ਰਿਹਾ। ਇੰਨੀ ਗੱਲ ਦਾ ਧਿਆਨ ਹੈ ਜੀ। ਆਪਣੀ ਅੱਜ ਦੀ ਕਲਾਸ ਕੰਪਲੀਟ ਕਰੋ। ਕੱਲ ਆਪਾਂ ਸਹੀ 9:45 ਦੇ ਲੈਕਚਰ ਲਗਾਵਾਂਗੇ 10 ਨੰਬਰ ਰੂਮ ਦੇ ਵਿੱਚ ਇੱਥੇ ਹੀ, ਠੀਕ ਹੈ। ਥੋੜ੍ਹਾ ਜਿਹਾ ਇਨ ਟਾਈਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਥੋੜ੍ਹਾ ਜਿਹਾ ਪ੍ਰੋਜੈਕਟਰ ਵਗੈਰਾ ਇੰਸਟਾਲੇਸ਼ਨ ਦੇ ਵਿੱਚ ਟਾਈਮ ਲੱਗ ਜਾਂਦਾ, ਆਪਾਂ ਇਹਨੂੰ ਵੀ ਇੰਪਰੂਵ ਕਰ ਰਹੇ ਹਾਂ, ਠੀਕ ਹੈ ਜੀ। ਥੈਂਕ ਯੂ। ਕਲੋਜ਼ ਕਰ ਦਿੰਦਾ ਜੀ। 1 ਮਿੰਟ ਮੈਂ ਦੱਸ ਦੇਣਾ ਕਿ ਕਿਹੜੇ ਸਮ ਤੁਹਾਡੇ ਹੋ ਸਕਦੇ ਨੇ ਇਹਦੇ ਨਾਲ ਦੇ। ਇਹ ਸਮ ਇੰਪੋਰਟੈਂਟ ਸੀ। ਨੈਕਸਟ ਸਮ ਬਹੁਤ ਇੰਪੋਰਟੈਂਟ ਆ, 5th ਟਰਾਈ ਕਰਿਓ। ਕੱਲ ਦੇਖਦੇ ਹਾਂ ਇਹਦੇ ਬਾਰੇ ਬਾਅਦ ਦੇ ਵਿੱਚ ਆਪਾਂ। ਬਿਲਕੁਲ ਇਹੀ ਸਮ ਆ ਗਿਆ ਤੁਹਾਡਾ ਸਮ ਨੰਬਰ 6। ਇਹ ਵੀ ਹੋ ਸਕਦਾ ਮੈਕਸੀਮਮ। ਐਗਜ਼ਾਮਪਲ ਨੰਬਰ 7, y ਸਟੇਟਮੈਂਟ ਤੁਹਾਨੂੰ ਦਿੱਤੀ ਹੋਈ ਹੈ। nth ਡੈਰੀਵੇਟਿਵ ਪਤਾ ਕਰਕੇ ਉਹਦੇ ਵਿੱਚ 0 ਪੁੱਟ ਕਰਨਾ। ਤੁਸੀਂ ਇਕੱਲਾ nth ਡੈਰੀਵੇਟਿਵ ਪਤਾ ਕਰ ਲਿਆ, ਉਹ 0 ਪੁੱਟ ਕਰਕੇ ਕਿੱਦਾਂ ਦਾ ਰਿਜ਼ਲਟ ਹੁੰਦਾ ਆਪਾਂ ਇੱਕ ਕਲਾਸ ਦੇ ਵਿੱਚ ਡਿਸਕਸ ਕਰ ਲਾਂਗੇ। ਇਹ ਵੀ ਸਟੇਟਮੈਂਟ ਹੈ, nth ਡੈਰੀਵੇਟਿਵ ਪਤਾ ਕਰਨਾ ਬਟ 0 ਪੁੱਟ ਕਰਨ ਤੋਂ ਬਾਅਦ। ਤੁਸੀਂ nth ਡੈਰੀਵੇਟਿਵ ਪਤਾ ਕਰਕੇ ਲੈ ਕੇ ਆਓ, 0 ਪੁੱਟ ਕਰਨ ਦਾ ਕੰਮ ਕੱਲ ਮੈਂ ਦੱਸਾਂਗਾ। ਕਿਉਂਕਿ ਇੱਥੇ ਥੋੜ੍ਹਾ ਜਿਹਾ ਡਿਫਰੈਂਸ ਪੈਦਾ ਹੋ ਜਾਂਦਾ ਕਿ ਔਡ ਡੈਰੀਵੇਟਿਵ ਦੇ ਵਿੱਚ 0 ਭਰਨ ਤੇ ਹੋਰ ਆਨਸਰ ਆ ਰਿਹਾ, ਈਵਨ ਡੈਰੀਵੇਟਿਵ ਦੇ ਵਿੱਚ 0 ਭਰਨ ਤੇ ਹੋਰ ਆਨਸਰ ਆ ਰਿਹਾ। ਇਹ ਆਪਾਂ ਕੱਲ ਦੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ। ਹੋਮਵਰਕ ਦੇ ਵਿੱਚ ਤੁਸੀਂ nth ਡੈਰੀਵੇਟਿਵ ਤੱਕ ਦਾ ਕੰਮ ਪਤਾ ਕਰ ਲੈਣਾ। ਆ ਵੀ ਸਟੇਟਮੈਂਟ ਤੁਹਾਡੀ ਦੇਖੀ ਲੱਗਦੀ ਹੈ, ਤੁਹਾਨੂੰ ਪਹਿਲਾਂ ਸਮ ਸੋਲਵ ਕੀਤਾ। y ਦਿੱਤਾ ਹੋਇਆ n + 2th ਡੈਰੀਵੇਟਿਵ ਤੱਕ ਪਤਾ ਕਰਨਾ, ਪਹਿਲਾਂ 2 ਡੈਰੀਵੇਟਿਵ ਤੱਕ ਪਤਾ ਕਰ ਲਓ, ਬਾਅਦ ਦੇ ਵਿੱਚ ਲੈਬਨਿਜ਼ ਥਿਊਰਮ ਅਪਲਾਈ ਕਰੋ। ਉਹਦੇ ਵਿੱਚ 0 ਭਰਨਾ ਕਿੱਦਾਂ, ਉਹ ਬਾਅਦ ਵਿੱਚ ਡਿਸਕਸ ਕਰਾਂਗੇ। ਸੋ ਆਪ ਜਿੰਨੇ ਵੀ ਸਮ ਕਰ ਸਕਦੇ ਹੋਏ, ਆਹ ਸਮ ਦੁਬਾਰਾ ਫਿਰ ਰਿਪੀਟ ਹੋ ਗਿਆ, ਆਪਣੀ ਪ੍ਰੀਵੀਅਸ ਕਲਾਸ ਦੇ ਵਿੱਚ ਕੀਤਾ ਸੀ। ਐਕਸਰਸਾਈਜ਼ ਦੇ ਵਿੱਚੋਂ ਵੀ ਮੈਕਸਿਮਮ ਸਮ ਕਰਨ ਦੀ ਕੋਸ਼ਿਸ਼ ਕਰਦੇ, ਠੀਕ ਹੈ।